ਮੂਕ ਉਚਰੈ ਸ਼ਾਸਤਰ ਘਟ, ਪਿੰਗ ਕਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਤੋਸ਼ ਪ੍ਰਭ ਬੁੱਧ ਹਮਾਰੀ, ਵਰਨ ਨਾ ਸਕੋ ਮਹਿਮਾ ਜੋ ਤਿਹਾਰੀ। ਹਮ ਨਾਹੀ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਧੰਨ ਧੰਨ ਸ਼ਬਦ ਦਾ ਅਵਤਾਰ, ਚਵਰ ਛਤਰ ਤਖਤ ਦੇ ਮਾਲਿਕ, ਗਿਆਨ ਸਰੂਪ ਹੋਇ ਸਰੂਪ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰਾਂ ਦੀ ਹਜ਼ੂਰੀ ਵਿਖੇ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇਗ ਬਹਾਦਰ ਸਿਮਰਿਐ ਕਰ ਨੌ ਆਵੇ ਧਾਏ, ਉਹਨਾਂ ਦੇ ਸੋਰਠ ਰਾਗ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਉਪਦੇਸ਼ ਦੀ ਕਿਰਪਾ ਕੀਤੀ ਹੈ, ਸ਼ਬਦ ਉਚਾਰਨ ਕੀਤਾ ਹੈ, ਉਸ ਦੇ ਬਾਰੇ ਆਪਾਂ ਆਪਸ ਦੇ ਵਿੱਚ ਰਲ ਮਿਲ ਕਰਕੇ ਵਿਚਾਰਾਂ ਸਾਂਝੀਆਂ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਸੋਰਠ ਰਾਗ ਦੇ ਵਿੱਚ ਕਿਰਪਾ ਕਰਦੇ ਹਨ। ਸੋਰਠ ਮਹੱਲਾ ਨਾਵਾਂ, ਅਰਥਾਤ ਸੋਰਠ ਰਾਗ ਦਾ ਨਾਮ ਹੈ। ਨੌਵੇਂ ਪਾਤਸ਼ਾਹ ਦੀ ਇਹ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਉਹ ਪਰਮ ਪਿਤਾ ਪਰਮਾਤਮਾ ਕੇਵਲ ਤਾਂ ਕੇਵਲ ਅਦੁੱਤੀਆ ਹੈ, ਉਸ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੂਸਰਾ ਨਹੀਂ। ਕੇਵਲ ਤਾਂ ਕੇਵਲ ਉਹ ਪਰਮ ਪਿਤਾ ਪਰਮਾਤਮਾ ਇੱਕ ਐਸਾ ਹੈ ਜਿਹੜਾ ਹਰ ਸਮੇਂ ਰਹਿੰਦਾ ਹੈ। ਫਿਰ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਓੰਕਾਰ, ਜਿਹੜਾ ਉਚਾਰਨ ਮਾਤਰ ਦੇ ਨਾਲ ਹੀ ਸਾਡੀ ਰਕਸ਼ਾ ਕਰਦਾ ਹੈ, ਸਾਡੀ ਪਾਲਣਾ ਕਰਦਾ ਹੈ, ਅਤੇ ਜਿੰਨਾ ਵੀ ਇਹ ਚਰਾਚਰ ਸੰਸਾਰ ਹੈ ਸਾਰਾ ਇਸੇ ਤੋਂ ਪੈਦਾ ਹੋਇਆ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸਗਲ ਜੁਗ ਭੈ, ਓੰਕਾਰ ਵੇਦ ਨਿਰਮੈ। ਜਿੰਨਾ ਵੀ ਇਹ ਚਰਾਚਰ ਸੰਸਾਰ ਹੈ, ਇਹ ਸਾਰੇ ਦਾ ਸਾਰਾ ਚਰਾਚਰ ਸੰਸਾਰ ਉਸ ਇੱਕ ਓੰਕਾਰ ਤੋਂ ਪੈਦਾ ਹੋਇਆ ਹੈ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ। ਏਕ ਹੈ, ਅਨੇਕ ਹੈ, ਫਿਰ ਏਕ ਹੈ। ਉਹ ਪਰਮ ਪਿਤਾ ਪਰਮਾਤਮਾ ਇੱਕ ਸੀ, ਇੱਕ ਤੋਂ ਉਹ ਅਨੇਕ ਰੂਪ ਹੋ ਗਿਆ। ਕਿਸ ਤਰ੍ਹਾਂ ਇੱਕ ਤੋਂ ਅਨੇਕ ਰੂਪ ਹੋਇਆ? ਸ਼ਬਦ ਦੇ ਦੁਆਰਾ। ਹੁਣ ਜਦੋਂ ਆਪਾਂ ਸ਼ਬਦ ਦੀ ਆਰਾਧਨਾ ਕਰਾਂਗੇ, ਸ਼ਬਦ ਦੀ ਆਰਾਧਨਾ ਦੇ ਦੁਆਰਾ ਹੀ ਅਸੀਂ ਫਿਰ ਉਸ ਅਨੇਕ ਤੋਂ ਇੱਕ ਦੇ ਵਿੱਚ ਜਾ ਕਰਕੇ ਬਿਰਾਜਾਂਗੇ। ਇਹੀ ਸਾਡੀ ਸਭ ਤੋਂ ਵੱਡੀ ਸਾਧਨਾ ਹੈ ਕਿ ਅਗਰ ਅਸੀਂ ਉਸ ਇੱਕ ਦੇ ਵਿੱਚ ਬਿਰਾਜਣਾ ਹੈ ਤਾਂ ਸਾਨੂੰ ਉਸੇ ਸ਼ਬਦ ਦੇ ਨਾਲ ਜੁੜਨਾ ਪਵੇਗਾ, ਓੰਕਾਰ ਦੇ ਨਾਲ ਜੁੜਨਾ ਪਵੇਗਾ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਸਤਿਗੁਰ ਪ੍ਰਸਾਦ। ਸਤ ਕਹਿੰਦੇ ਹਨ ਜਿਹੜਾ ਤਿੰਨਾਂ ਕਾਲਾਂ ਦੇ ਵਿੱਚ ਰਹਿੰਦਾ ਹੈ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦਿ ਕਹਿੰਦੇ ਜਦੋਂ ਇਹ ਸ੍ਰਿਸ਼ਟੀ ਦੀ ਆਰੰਭਤਾ ਨਹੀਂ ਸੀ ਹੋਈ ਸੀ, ਅਰਬਦ ਖਰਬਦ ਧੁੰਦੂਕਾਰਾ, ਉਦੋਂ ਵੀ ਉਹ ਪਰਮ ਪਿਤਾ ਪਰਮਾਤਮਾ ਸੱਤ ਸੀ। ਜਦੋਂ ਇਹ ਯੁੱਗ ਪੈਦਾ ਹੋਏ, ਗਣਨਾ ਸ਼ੁਰੂ ਹੋਈ, ਕਾਲ ਦੀ ਗਣਨਾ ਸ਼ੁਰੂ ਹੋਈ, ਯੁੱਗਾਂ ਦੀ ਆਰੰਭਤਾ ਹੋਈ, ਸਮੇਂ ਦੀ ਸੀਮਾ ਪ੍ਰਾਰੰਭ ਹੋਈ। ਜੁਗਾਦ ਸੱਚ ਅਰਥਾਤ ਯੁੱਗਾਂ ਦੇ ਆਦਿ ਦੇ ਵਿੱਚ ਵੀ ਉਹ ਪਰਮਾਤਮਾ ਸੱਚ ਸੀ। ਸੱਚ ਦਾ ਅਰਥ ਹੁੰਦਾ ਹੈ ਹੋਣਾਪਨ, ਅਰਥਾਤ ਉਸ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ। ਵਰਤਮਾਨ ਦੇ ਸਮੇਂ ਦੇ ਵਿੱਚ ਵੀ ਕਹਿੰਦੇ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਤ ਹੈ। ਨਾਨਕ ਹੋਸੀ ਵੀ ਸੱਚ, ਅੱਗੇ ਵੀ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚ ਰਹੇਗਾ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਗੁਰ।
ਗੁਰ ਦਾ ਅਰਥ ਹੈ ਚੇਤਨ। ਚੇਤਨ ਉਸ ਨੂੰ ਕਹਿੰਦੇ ਹਨ ਜਿਹੜਾ ਖੁਦ ਨੂੰ ਵੀ ਜਾਣਦਾ ਹੈ ਅਤੇ ਦੂਸਰਿਆਂ ਨੂੰ ਵੀ ਜਾਣਦਾ, ਉਸ ਨੂੰ ਕਹਿੰਦੇ ਹਨ ਚੇਤਨ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਆਨੰਦ, ਕਿਉਂਕਿ ਜਿਹੜਾ ਸਾਡਾ ਨਿਜ ਸਰੂਪ ਹੈ, ਵਾਸਤਵਿਕ ਸਰੂਪ ਹੈ, ਉਹ ਹੈ ਸਤ ਚਿਤ ਆਨੰਦ ਸਰੂਪ। ਉਹ ਪਰਮ ਪਿਤਾ ਪਰਮਾਤਮਾ ਇੱਕ ਹੈ। ਓੰਕਾਰ ਅਰਥਾਤ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ, ਰਕਸ਼ਾ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ ਅਰਥਾਤ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ ਦਾ ਅਰਥ ਹੈ ਕਿਰਪਾ। ਕਿਰਪਾ ਦਾ ਅਰਥ ਹੈ ਪ੍ਰਸਾਦ, ਅਰਥਾਤ ਸਤਿਗੁਰੂ ਦੀ ਕਿਰਪਾ ਦੇ ਦੁਆਰਾ, ਸਤਿਗੁਰੂ ਦੀ ਬਖਸ਼ਿਸ਼ ਦੇ ਦੁਆਰਾ, ਸਤਿਗੁਰੂ ਦੀ ਰਹਿਮਤ ਦੇ ਦੁਆਰਾ ਸਾਨੂੰ ਉਸ ਇੱਕ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਉਸ ਇੱਕ ਦੇ ਨਾਲ ਜੁੜਦੇ ਹਾਂ। ਇਸ ਕਰਕੇ ਭਾਈ ਜਦੋਂ ਆਪਾਂ ਆਪਣੇ ਜੀਵਨ ਦੇ ਵਿੱਚ ਵਿਚਾਰ ਕਰਕੇ ਦੇਖਾਂਗੇ ਕਿ ਸਾਡਾ ਵਾਸਤਵਿਕ ਸਰੂਪ ਹੈ, ਉਹ ਸਤਿਚਿਤ ਆਨੰਦ ਸਰੂਪ ਹੈ। ਉਸ ਸਤਿਚਿਤ ਆਨੰਦ ਸਰੂਪ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਸ਼ਬਦ ਦੇ ਨਾਲ ਜੁੜਨਾ ਪਵੇਗਾ। ਜਦੋਂ ਅਸੀਂ ਸ਼ਬਦ ਦੇ ਨਾਲ ਜੁੜਾਂਗੇ, ਸ਼ਬਦ ਦੇ ਨਾਲ ਜੁੜ ਕਰਕੇ ਸ਼ਬਦ ਦੀ ਆਰਾਧਨਾ ਕਰਾਂਗੇ ਤਾਂ ਸੁਭਾਵਿਕ ਹੈ ਇਹ ਜਿਹੜਾ ਸੰਸਾਰ ਹੈ ਇਹ ਸ਼ਬਦ ਤੋਂ ਪੈਦਾ ਹੋਇਆ ਹੈ ਅਤੇ ਸ਼ਬਦ ਦੇ ਵਿੱਚ ਅਖੀਰ ਦੇ ਵਿੱਚ ਜਾ ਕਰਕੇ ਸਮਾ ਜਾਂਦਾ ਹੈ। ਅਸੀਂ ਉਸ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ। ਜਿਵੇਂ ਜਿਵੇਂ ਅਸੀਂ ਸ਼ਬਦ ਦੀ ਆਰਾਧਨਾ ਕਰਾਂਗੇ, ਸ਼ਬਦ ਨਾਲ ਜੁੜਾਂਗੇ, ਤਾਂ ਹੀ ਸਾਨੂੰ ਆਪਣੇ ਨਿਜ ਸਰੂਪ ਦਾ ਪਤਾ ਲੱਗੇਗਾ ਕਿ ਸਾਡਾ ਆਪਣਾ ਨਿਜ ਸਰੂਪ ਕੀ ਹੈ, ਸਤ ਕੀ ਹੈ, ਚਿੱਤ ਕੀ ਹੈ, ਆਨੰਦ ਕੀ ਹੈ। ਜਦੋਂ ਆਪਾਂ ਇਸ ਦੇ ਬਾਰੇ ਵਿਚਾਰ ਬਾਰ-ਬਾਰ ਕਰਾਂਗੇ ਤਾਂ ਹੀ ਭਾਈ ਸਾਡੇ ਜਿਹੜਾ ਮਨੁੱਖ ਜਨਮ ਦਾ ਲਾਹਾ ਹੈ ਉਸ ਦੀ ਸਾਨੂੰ ਪ੍ਰਾਪਤੀ ਹੋਵੇ। ਅੱਗੇ ਸਤਿਗੁਰੂ ਪਾਤਸ਼ਾਹ ਜੀ ਸ਼ਬਦ ਦੀ ਆਰੰਭਤਾ ਕਰਦੇ ਹਨ, ਰੇ ਮਨ ਰਾਮ ਸਿਉ ਕਰ ਪ੍ਰੀਤ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਹੇ ਮਨ, ਇਹ ਉੱਤਮ ਅਧਿਕਾਰੀ ਦੀ ਨਿਸ਼ਾਨੀ ਹੁੰਦੀ ਹੈ ਕਿ ਜਿਹੜਾ ਉੱਤਮ ਅਧਿਕਾਰੀ ਹੁੰਦਾ ਹੈ, ਉੱਤਮ ਵਕਤਾ ਹੁੰਦਾ ਹੈ, ਉਹ ਕਦੀ ਵੀ ਜਦੋਂ ਕਿਸੇ ਚੀਜ਼ ਨੂੰ ਆਰੰਭ ਕਰਦਾ ਹੈ, ਸੰਬੋਧਨ ਕਰਦਾ ਹੈ, ਉਹ ਆਪਣੇ ਆਪ ਤੋਂ ਕਰਦਾ ਹੈ। ਉਹ ਦੂਸਰਿਆਂ ਨੂੰ ਉਪਦੇਸ਼ ਨਹੀਂ ਦਿੰਦਾ, ਖੁਦ ਆਪਣੇ ਆਪ ਨੂੰ ਉਪਦੇਸ਼ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸਾਨੂੰ ਉਪਦੇਸ਼ ਵੀ ਦਿੱਤਾ ਹੈ, ਪਰ ਅੰਤਰਮੁਖ ਹੋ ਕਰਕੇ ਆਪਣੇ ਆਪ ਦੇ ਦੁਆਰਾ ਉਪਦੇਸ਼ ਦਿੱਤਾ ਹੈ, ਆਪਣੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਰੇ ਮਨ ਰਾਮ ਸਿਉ ਕਰ ਪ੍ਰੀਤ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਹੇ ਮਨ, ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰ, ਪਿਆਰ ਕਰ। ਕਿਹੜੇ ਰਾਮ ਦੇ ਨਾਲ? ਜਿਹੜਾ ਹਰ ਘਟ ਘਟ ਦੇ ਵਿੱਚ ਰਮਿਆ ਹੋਇਆ। ਘਟ ਘਟ ਮੇ ਹਰ ਜੂ ਬਸੇ, ਸੰਤਨ ਕਹਿਓ ਪੁਕਾਰ। ਉਹ ਪਰਮ ਪਿਤਾ ਪਰਮਾਤਮਾ ਹਰ ਕਣ ਕਣ ਦੇ ਵਿੱਚ, ਹਰ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ। ਕਿੱਡੀ ਅਚਰਜ ਦੀ ਗੱਲ ਹੈ ਕਿ ਜਿੰਨਾ ਵੀ ਇਹ ਸੰਸਾਰ ਹੈ ਇਹ ਉਸ ਪਰਮ ਪਿਤਾ ਪਰਮਾਤਮਾ ਦੇ ਵਿੱਚ ਹੈ। ਉਸ ਪਰਮ ਪਿਤਾ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ ਅਤੇ ਅਸੀਂ ਉਸੇ ਪਰਮਾਤਮਾ ਦੇ ਵਿੱਚ ਰਹਿੰਦਿਆਂ ਹੋਇਆਂ, ਉਸੇ ਪਰਮੇਸ਼ਰ ਦੇ ਵਿੱਚ ਰਹਿੰਦਿਆਂ ਹੋਇਆਂ ਉਸੇ ਪਰਮਾਤਮਾ ਨੂੰ ਖੋਜ ਰਹੇ ਹਾਂ, ਲੱਭ ਰਹੇ ਹਾਂ ਕਿ ਉਹ ਪਰਮਾਤਮਾ ਕਿੱਥੇ। ਕਿਉਂਕਿ ਜੋ ਕੁਝ ਵੀ ਬਣਾਇਆ ਹੈ ਉਸ ਪਰਮੇਸ਼ਰ ਨੇ ਬਣਾਇਆ ਹੈ, ਪਰਮਾਤਮਾ ਨੇ ਬਣਾਇਆ ਹੈ। ਜਿੰਨਾ ਵੀ ਇਹ ਚਰਾਚਰ ਸੰਸਾਰ ਬਣਿਆ ਹੈ ਇਹ ਪੰਜਾਂ ਤੱਤਵਾਂ ਦੇ ਦੁਆਰਾ ਬਣਿਆ ਹੈ। ਪੰਜਾਂ ਤੱਤਵਾਂ ਦੀ ਰਚਨਾ ਉਸ ਪਰਮਾਤਮਾ ਨੇ ਕੀਤੀ। ਇਹ ਜਿਹੜੇ ਪੰਜ ਤੱਤ ਹਨ, ਪ੍ਰਿਥਵੀ, ਜਲ, ਤੇਜ, ਵਾਯੂ ਅਤੇ ਆਕਾਸ਼, ਇਹ ਪੰਜ ਦੇ ਪੰਜ ਤੱਤ ਹੀ ਉਸ ਪਰਮ ਪਿਤਾ ਪਰਮਾਤਮਾ ਦੇ ਵਿੱਚ ਹਨ, ਨਾ ਕਿ ਪਰਮਾਤਮਾ ਇਹਨਾਂ ਦੇ ਵਿੱਚ ਹੈ। ਇਸ ਕਰਕੇ ਇਹ ਕਿੱਡੀ ਅਜੀਬ ਗੱਲ ਹੈ ਕਿ ਜਿਸ ਪਰਮਾਤਮਾ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਪਰਮਾਤਮਾ ਦੇ ਵਿੱਚ ਅਸੀਂ ਦਿਨ ਰਾਤ ਵਿਚਰ ਰਹੇ ਹਾਂ, ਉਸੇ ਪਰਮਾਤਮਾ ਦੀ ਅਸੀਂ ਖੋਜ ਕਰ ਰਹੇ ਹਾਂ। ਕਿਸ ਵਾਸਤੇ ਖੋਜ ਕਰ ਰਹੇ ਹਾਂ? ਕਿਉਂਕਿ ਅਸੀਂ ਉਸ ਪਰਮਾਤਮਾ ਤੋਂ, ਪਰਮੇਸ਼ਰ ਤੋਂ ਭੁੱਲੇ ਹੋਏ ਹਾਂ, ਭਟਕੇ ਹੋਏ ਹਾਂ। ਉਸ ਪਰਮਾਤਮਾ ਤੋਂ ਭੁੱਲਣ ਕਾਰਨ ਕਰਕੇ, ਉਸ ਪਰਮਾਤਮਾ ਤੋਂ ਭਟਕਣ ਦੇ ਕਾਰਨ ਕਰਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਦੁੱਖ ਉਠਾ ਰਹੇ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਸਾਨੂੰ ਜਨਮਾਂ ਜਨਮਾਂਤਰਾਂ ਦੇ ਵਿਜੋਗ ਲੱਗ ਰਹੇ ਹਨ। ਅਸੀਂ ਜਨਮਾਂ ਜਨਮਾਂਤਰਾਂ ਤੋਂ ਉਸ ਪਰਮਾਤਮਾ ਤੋਂ ਭਟਕੇ ਹੋਏ ਹਾਂ। ਕਿਉਂ ਭਟਕੇ ਹੋਏ ਹਾਂ? ਕਿਉਂਕਿ ਸਾਨੂੰ ਉਸ ਪਰਮੇਸ਼ਰ ਦੀ ਪਹਿਚਾਣ ਨਹੀਂ। ਜਦੋਂ ਉਸ ਪਰਮੇਸ਼ਰ ਦੀ ਪਹਿਚਾਣ ਹੋ ਜਾਵੇਗੀ ਅਸੀਂ ਆਪਣੇ ਸਰੂਪ ਦੇ ਵਿੱਚ ਸਥਿਤ ਹੋ ਜਾਵਾਂਗੇ।
ਇਸ ਵਾਸਤੇ ਸਤਿਗੁਰੂ ਪਾਤਸ਼ਾਹ ਆਪਣੇ ਮਨ ਨੂੰ ਸੰਬੋਧਨ ਕਰਕੇ ਕਿਰਪਾ ਕਰਦੇ ਹਨ ਕਿ ਰੇ ਮਨ RAM ਸਿਉ ਕਰ ਪ੍ਰੀਤ। ਜਿਹੜਾ ਉਹ ਪਰਮ ਪਿਤਾ ਪਰਮਾਤਮਾ ਹਰ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਉਸ ਪਰਮਾਤਮਾ ਦੇ ਨਾਲ ਪ੍ਰੇਮ ਕਰਨਾ ਕਰ, ਉਸ ਪਰਮਾਤਮਾ ਦੇ ਨਾਲ ਪ੍ਰੀਤੀ ਕਰਨੀ ਕਰ। ਕਿਉਂਕਿ ਜਦੋਂ ਤੂੰ ਉਸ ਪਰਮਾਤਮਾ ਦੇ ਨਾਲ ਪ੍ਰੀਤੀ ਕਰੇਗਾ, ਪਿਆਰ ਕਰੇਗਾ, ਜਦੋਂ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਜਗ੍ਹਾ ਜਗ੍ਹਾ 'ਤੇ ਸਾਨੂੰ ਇਹੋ ਜਿਹੇ ਦ੍ਰਿਸ਼ਟਾਂਤ ਮਿਲਦੇ ਹਨ, ਪ੍ਰਮਾਣ ਮਿਲਦੇ ਹਨ ਕਿ ਜਿਨ੍ਹਾਂ ਜੀਵਾਂ ਨੇ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਕੀਤਾ, ਪਿਆਰ ਕੀਤਾ, ਪ੍ਰੀਤੀ ਕੀਤੀ, ਉਹਨਾਂ ਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਅਤੇ ਜਿਹੜੇ ਉਸ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਕਰਦੇ, ਜਿਹੜੇ ਉਸ ਪਰਮਾਤਮਾ ਦੇ ਨਾਲ ਪ੍ਰੀਤੀ ਨਹੀਂ ਕਰਦੇ, ਉਹਨਾਂ ਦੀ ਕੀ ਹਾਲਤ ਹੈ? ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ, ਅਤ ਸੁੰਦਰ ਕੁਲੀਨ ਚਤਰ ਮੁਖ, ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜਿਸ ਵਿਅਕਤੀ ਦੇ ਕੋਲ ਇਹ 5 ਵਸਤੂਆਂ ਹੋਣ, ਅਤ ਸੁੰਦਰ ਅਰਥਾਤ ਉਸਦਾ ਜਿਹੜਾ ਸਰੀਰ ਹੈ ਬਹੁਤ ਸੁੰਦਰ ਹੋਵੇ, ਸਤਿਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਬਹੁਤ ਸੁੰਦਰ ਸਰੀਰ ਦਿੱਤਾ ਹੋਵੇ, ਬਹੁਤ ਸੁੰਦਰ ਕਾਇਆ ਬਖਸ਼ੀ ਹੋਵੇ। ਕੁਲੀਨ ਅਰਥਾਤ ਜਿਹੜਾ ਉਸਦਾ ਜਨਮ ਹੈ ਅੱਛੀ ਕੁਲ ਦੇ ਵਿੱਚ ਹੋਇਆ ਹੋਵੇ, ਜੋ ਉਸਦੇ ਪਿਤਾ ਦਾਦੇ ਹਨ ਉਹਨਾਂ ਦਾ ਜਿਹੜਾ ਆਚਰਣ ਹੈ ਬਹੁਤ ਸੋਹਣਾ ਹੋਵੇ, ਸੰਸਾਰ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਹੋਵੇ, ਅਰਥਾਤ ਉਸ ਵਿਅਕਤੀ ਦਾ ਜਿਹੜਾ ਜਨਮ ਹੈ ਕਿਸੇ ਚੰਗੀ ਭਲੀ ਕੁਲ ਦੇ ਵਿੱਚ ਹੋਇਆ ਹੋਵੇ। ਅੱਗੇ ਕਹਿੰਦੇ ਫਿਰ ਉਹ ਵਿਅਕਤੀ ਕਿਹੋ ਜਿਹਾ ਹੈ? ਉਹ ਵਿਅਕਤੀ ਚਤਰ ਹੈ, ਅਰਥਾਤ ਇਹ ਨਹੀਂ ਕਿ ਇੰਨਾ ਕੁਛ ਹੋਣ ਦੇ ਬਾਅਦ ਬੇਵਕੂਫ ਹੈ, ਬਹੁਤ ਚੁਸਤ ਹੈ, ਬਹੁਤ ਚਲਾਕ ਹੈ, ਬਹੁਤ ਸਮਝਦਾਰ ਹੈ। ਗਿਆਨੀ ਧਨਵੰਤ ਅਰਥਾਤ ਉਹਨੂੰ ਚੰਗੇ ਮਾੜੇ ਦਾ ਗਿਆਨ ਹੈ ਕਿ ਮੇਰੇ ਪੱਖ ਦੇ ਵਿੱਚ ਕੀ ਹੈ ਅਤੇ ਮੇਰੇ ਵਿਰੁੱਧ ਦੇ ਵਿੱਚ ਕੀ ਹੈ, ਚੰਗੀ ਸਮਝ ਰੱਖਦਾ ਹੈ। ਧਨਵੰਤ ਅਰਥਾਤ ਧਨ ਦੌਲਤ ਵੀ ਪ੍ਰਾਪਤ ਹੈ, ਜਿੰਨੀ ਲੋੜ ਹੈ ਉਸ ਲੋੜ ਦੇ ਅਨੁਸਾਰ ਪ੍ਰਾਪਤ ਧਨ ਵੀ ਕੋਲ ਹੈ। ਇਹ ਕਹਿੰਦੇ ਜਿਸ ਵਿਅਕਤੀ ਦੇ ਕੋਲ 5 ਚੀਜ਼ਾਂ ਹੋਣ, ਬਹੁਤ ਘੱਟ ਲੋਕਾਂ ਦੇ ਵਿੱਚ 5 ਦੀਆਂ 5 ਚੀਜ਼ਾਂ ਮਿਲਦੀਆਂ ਹਨ, ਫਿਰ ਵੀ ਕਹਿੰਦੇ ਜਿਹਦੇ ਕੋਲ ਇਹ 5 ਹੋਣ, ਅਤ ਸੁੰਦਰ ਹੋਵੇ, ਕੁਲੀਨ ਹੋਵੇ, ਚਤਰ ਹੋਵੇ, ਮੁੱਖ ਗਿਆਨੀ ਹੋਵੇ, ਧਨਵੰਤ ਹੋਵੇ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਕਹਿੰਦੇ ਮਿਰਤਕ ਕਹੀਏ ਨਾਨਕਾ, ਉਸ ਨੂੰ ਮੁਰਦੇ ਦੇ ਸਮਾਨ ਸਮਝਣਾ ਚਾਹੀਦਾ। ਕਿਉਂ ਮੁਰਦੇ ਦੇ ਸਮਾਨ ਸਮਝਣਾ ਚਾਹੀਦਾ? ਜਿਹ ਪ੍ਰੀਤ ਨਹੀਂ ਭਗਵੰਤ, ਕਿਉਂਕਿ ਉਸ ਦੇ ਮਨ ਦੇ ਵਿੱਚ, ਉਸ ਦੇ ਹਿਰਦੇ ਦੇ ਵਿੱਚ ਜਿਹੜੀ ਪ੍ਰੀਤ ਹੈ ਉਹ ਸੰਸਾਰ ਦੀ ਹੈ। ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਉਸ ਦੇ ਮਨ ਦੇ ਵਿੱਚ ਪ੍ਰੀਤ ਨਹੀਂ। ਜਿਹੜੀ ਸੰਸਾਰ ਦੀ ਪ੍ਰੀਤ ਹੈ ਉਹਨੂੰ ਸਾਨੂੰ ਸੰਸਾਰ ਦੇ ਨਾਲ ਜੋੜੇਗੀ, ਅਤੇ ਜਿਹੜੀ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਪ੍ਰੀਤ ਹੈ ਉਹ ਉਸ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਦੇ ਨਾਲ ਜੋੜੇਗੀ। ਇਸ ਵਾਸਤੇ ਕਹਿੰਦੇ ਸਤਿਗੁਰੂ ਪਾਤਸ਼ਾਹ ਨੇ, ਪਰਮੇਸ਼ਰ ਨੇ ਉਸ ਨੂੰ ਇੰਨਾ ਕੁਛ ਬਖਸ਼ਿਆ ਹੈ, ਪਰ ਇੰਨਾ ਕੁਛ ਬਖਸ਼ਣ ਦੇ ਬਾਵਜੂਦ ਵੀ ਅਗਰ ਉਸ ਦਾ ਜਿਹੜਾ ਪ੍ਰੇਮ ਹੈ, ਉਸ ਦਾ ਜਿਹੜਾ ਪਿਆਰ ਹੈ, ਉਸ ਦਾ ਜਿਹੜਾ ਸਨੇਹ ਹੈ, ਉਸ ਦੀ ਜਿਹੜੀ ਪ੍ਰੀਤੀ ਹੈ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਹੈ, ਤਾਂ ਉਹ ਇਸ ਸੰਸਾਰ ਤੇ ਦੇਖਣ ਨੂੰ ਲੱਗਦਾ ਹੈ ਕਿ ਜਿਉਂਦਾ ਹੈ, ਪਰ ਇੱਕ ਮਿਰਤਕ ਦੇ ਸਮਾਨ ਹੈ। ਇਸ ਵਾਸਤੇ ਭਾਈ ਜਿਨ੍ਹਾਂ ਦੀ ਪ੍ਰੀਤੀ ਉਸ ਪਰਮਾਤਮਾ ਦੇ ਨਾਲ ਨਹੀਂ ਹੈ, ਉਹ ਇੱਥੇ ਹੁੰਦਿਆਂ ਹੋਇਆਂ, ਜਿਉਂਦਿਆਂ ਹੋਇਆਂ, ਵਸਦਿਆਂ ਹੋਇਆਂ ਵੀ ਇੱਕ ਮਿਰਤਕ ਵਿਅਕਤੀ ਦੇ ਸਮਾਨ। ਦੂਸਰੇ ਪਾਸੇ ਜਦੋਂ ਆਪਾਂ ਦੂਸਰਾ ਪਕਸ਼ ਦੇਖਦੇ ਹਾਂ ਕਿ ਜਿਨ੍ਹਾਂ ਭਗਤਾਂ ਨੇ, ਜਿਨ੍ਹਾਂ ਪ੍ਰਭੂ ਪਿਆਰਿਆਂ ਨੇ ਉਸ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਹੈ, ਪਿਆਰ ਕੀਤਾ ਹੈ, ਜਿਨ੍ਹਾਂ ਨੇ ਉਸ ਪਰਮਾਤਮਾ ਦੀ ਆਰਾਧਨਾ ਕੀਤੀ ਹੈ, ਜਦੋਂ ਆਪਾਂ ਉਹਨਾਂ ਦੇ ਜੀਵਨ ਦੇਖਦੇ ਹਾਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਪਰਮਾਤਮਾ ਦੇ ਨਾਲ ਪ੍ਰੀਤੀ ਕਰਕੇ, ਪ੍ਰੇਮ ਕਰਕੇ, ਪਿਆਰ ਕਰਕੇ ਉਸ ਪਰਮਾਤਮਾ ਨੂੰ ਆਪਣੀ ਪ੍ਰੀਤੀ ਦੇ ਨਾਲ, ਪਿਆਰ ਦੇ ਨਾਲ ਕਿਵੇਂ ਬੰਨ੍ਹ ਲਿਆ। ਜਦੋਂ ਆਪਾਂ ਨਾਮਦੇਵ ਜੀ ਦਾ ਜੀਵਨ ਦੇਖਦੇ ਹਾਂ ਕਿ ਨਾਮਦੇਵ ਦੇ ਨਾਨਾ ਜੀ ਉਹਨਾਂ ਨੂੰ ਇਹ ਕਹਿ ਕਰਕੇ ਕਿਤੇ ਚਲੇ ਗਏ ਕਿ ਬੇਟਾ ਤੂੰ ਭਗਵਾਨ ਨੂੰ ਦੁੱਧ ਦਾ ਭੋਗ ਲਗਾ। ਜਦੋਂ ਕਹਿੰਦੇ ਉਹਦੇ ਨਾਨਾ ਜੀ ਚਲੇ ਗਏ, ਅਗਲੇ ਦਿਨ ਨਾਮਦੇਵ ਜੀ ਨੇ ਦੁੱਧ ਤਿਆਰ ਕੀਤਾ, ਗਰਮ ਕੀਤਾ, ਭਗਵਾਨ ਦੇ ਸਾਹਮਣੇ ਰੱਖਿਆ। ਭਗਵਾਨ ਨੇ ਨਹੀਂ ਪੀਤਾ, ਬੈਠਾ ਬੈਠਾ ਵਾਰ-ਵਾਰ ਬੇਨਤੀਆਂ ਕਰਦਾ ਹੈ, ਜੋਦੜੀਆਂ ਕਰਦਾ ਹੈ। ਫਿਰ ਅਗਲਾ ਦਿਨ ਹੋਇਆ, ਫਿਰ ਅਗਲੇ ਦਿਨ ਸੁਚਮ ਦੇ ਨਾਲ ਬਰਤਨ ਸਾਫ਼ ਕੀਤੇ, ਸ਼ੁੱਧ ਸਾਰਾ ਇਸ਼ਨਾਨ ਕੀਤਾ, ਫਿਰ ਉਹਨੂੰ ਕਹਿੰਦੇ ਭਗਵਾਨ ਦੇ ਅੱਗੇ ਦੁੱਧ ਰੱਖਿਆ, ਭਗਵਾਨ ਨੇ ਨਹੀਂ ਪੀਤਾ। ਫਿਰ ਤੀਸਰੇ ਦਿਨ ਇਸੇ ਤਰ੍ਹਾਂ ਕੀਤਾ। ਫਿਰ ਕਹਿੰਦੇ ਨਾਮਦੇਵ ਦੀ ਉਹ ਪ੍ਰੀਤੀ ਦੇਖ ਕਰਕੇ, ਪਿਆਰ ਦੇਖ ਕਰਕੇ ਪੱਥਰ ਦੇ ਵਿੱਚੋਂ ਵੀ ਪਰਮਾਤਮਾ ਪ੍ਰਗਟ ਹੋ ਗਿਆ।
ਜਿਨ੍ਹਾਂ ਦੇ ਅੰਦਰ ਪ੍ਰੀਤੀ ਹੁੰਦੀ ਹੈ, ਪ੍ਰੇਮ ਹੁੰਦਾ ਹੈ, ਪਿਆਰ ਹੁੰਦਾ ਹੈ, ਉਹਨਾਂ ਦੇ ਸਾਹਮਣੇ ਪਰਮਾਤਮਾ ਪੱਥਰਾਂ ਦੇ ਵਿੱਚੋਂ ਵੀ ਪ੍ਰਗਟ ਹੋ ਜਾਂਦਾ ਹੈ। ਅਤੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਪ੍ਰੀਤੀ ਨਹੀਂ ਹੈ, ਬੇਸ਼ੱਕ ਉਹਨਾਂ ਦੇ ਸਾਹਮਣੇ ਸਾਖਸ਼ਾਤ ਵੀ ਪਰਮਾਤਮਾ ਬਿਰਾਜਮਾਨ ਹੋਵੇ, ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਸਾਖਸ਼ਾਤ ਪਰਮਾਤਮਾ ਪਰਮੇਸ਼ਰ ਸਾਡੇ ਸਾਹਮਣੇ ਬਿਰਾਜਮਾਨ ਹੈ। ਕਿਉਂਕਿ ਆਪਾਂ ਦੇਖਦੇ ਹਾਂ 10 ਗੁਰੂ ਪਾਤਸ਼ਾਹ ਇਸ ਸੰਸਾਰ ਦੇ ਉੱਤੇ ਆ ਕਰਕੇ ਗਏ, ਸਾਨੂੰ ਇੰਨੀ ਕਿਰਪਾ ਕਰਕੇ ਗਏ, ਇੰਨੀ ਬਖਸ਼ਿਸ਼ ਕਰਕੇ ਗਏ, ਪਰ ਜਦੋਂ ਆਪਾਂ ਦੇਖਦੇ ਹਾਂ ਕਿ ਕਿੰਨੇ ਕੁ ਸੰਸਾਰ ਦੇ ਜੀਵਾਂ ਨੇ ਉਹਨਾਂ ਨੂੰ ਜਾਣਿਆ, ਕਿੰਨੇ ਕੁ ਸੰਸਾਰ ਦੇ ਜੀਵਾਂ ਨੇ ਮੌਕੇ ਤੇ ਪਹਿਚਾਣਿਆ, ਇਹੋ ਜਿਹੇ ਜੀਵ ਵੀ ਦੇਖਦੇ ਹਾਂ ਕਿ ਜਿਹੜੇ ਸਾਰਾ ਜੀਵਨ ਸਤਿਗੁਰਾਂ ਦੇ ਨਾਲ ਦੁਸ਼ਮਣੀਆਂ ਕਰਦੇ ਰਹੇ, ਵੈਰ ਕਰਦੇ ਰਹੇ, ਵਿਰੋਧ ਕਰਦੇ ਰਹੇ। ਇਸ ਵਾਸਤੇ ਭਾਈ ਉਹ ਪ੍ਰੀਤ ਜਿਨ੍ਹਾਂ ਦੇ ਅੰਦਰ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਹੈ, ਉਹ ਪਰਮਾਤਮਾ ਨੂੰ ਪੱਥਰ ਦੇ ਵਿੱਚੋਂ ਵੀ ਪ੍ਰਗਟ ਕਰ ਲੈਂਦੇ। ਅਤੇ ਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਅੰਦਰ ਪ੍ਰੇਮ ਨਹੀਂ ਹੈ, ਉਹਨਾਂ ਦੇ ਸਾਹਮਣੇ ਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਜਦੋਂ ਆਪਾਂ ਉਹਨਾਂ ਭਗਤਾਂ ਦੇ ਜੀਵਨ ਦੇਖਦੇ ਹਾਂ ਕਿ ਜਿਨ੍ਹਾਂ ਭਗਤਾਂ ਨੇ ਪਰਮਾਤਮਾ ਦੇ ਨਾਲ ਪ੍ਰੀਤੀ ਪਾਈ ਹੈ, ਨਾਮਦੇਵ ਜੀ ਦਾ ਜੀਵਨ ਦੇਖ ਲਈਏ, ਕਬੀਰ ਸਾਹਿਬ ਦਾ ਜੀਵਨ ਦੇਖ ਲਈਏ, ਧੰਨੇ ਭਗਤ ਦਾ ਜੀਵਨ ਦੇਖ ਲਈਏ ਕਿ ਉਹਨਾਂ ਨੇ ਆਪਣੇ ਅੰਦਰ ਉਸ ਪਰਮਾਤਮਾ ਦੇ ਪ੍ਰਤੀ ਕਿੰਨੀ ਸੱਚੀ ਭਗਤੀ ਪ੍ਰਗਟ ਕੀਤੀ ਕਿ ਪਰਮਾਤਮਾ ਆਪ ਆ ਕਰਕੇ ਉਹਨਾਂ ਦੇ ਸਾਰੇ ਕੰਮਕਾਰ ਕਰਦਾ ਰਿਹਾ। ਇਸ ਵਾਸਤੇ ਅੱਜ ਸਾਡੀ ਸਾਰਿਆਂ ਦੀ ਕੀ ਪਰੇਸ਼ਾਨੀ ਹੈ, ਕੋਈ ਵੀ ਵਿਅਕਤੀ ਮਿਲਦੇ ਹਨ, ਬਾਬਾ ਜੀ ਕੀ ਕਰੀਏ, ਪਾਠ ਬਹੁਤ ਕਰਦੇ ਹਾਂ, ਸਿਮਰਨ ਬਹੁਤ ਕਰਦੇ ਹਾਂ, ਮਨ ਨਹੀਂ ਲੱਗਦਾ। ਪਰ ਭਾਈ ਜਦੋਂ ਆਪਾਂ ਉਹਨਾਂ ਭਗਤਾਂ ਦੇ ਜੀਵਨ ਦੇਖਦੇ ਹਾਂ, ਉਹਨਾਂ ਭਗਤਾਂ ਨੇ ਆਪਣੇ ਜੀਵਨ ਦੇ ਵਿੱਚ ਘਰਾਂ ਦੇ, ਪਰਿਵਾਰਾਂ ਦੇ, ਸਮਾਜ ਦੇ ਸਾਰੇ ਕੰਮਕਾਰ ਕਰਦਿਆਂ ਹੋਇਆਂ ਉਸ ਪਰਮੇਸ਼ਰ ਨੂੰ ਪ੍ਰਾਪਤ ਕੀਤਾ, ਉਸ ਪਰਮੇਸ਼ਰ ਦੀ ਪ੍ਰਾਪਤੀ ਕੀਤੀ। ਕਿਵੇਂ ਕੀਤੀ? ਕਿਉਂਕਿ ਸੰਸਾਰ ਦੇ ਕਾਰਜਾਂ ਨੂੰ ਕਰਦਿਆਂ ਹੋਇਆਂ ਉਹਨਾਂ ਨੇ ਅੰਦਰੋਂ ਜਿਹੜੀ ਪ੍ਰੀਤੀ ਸੀ, ਅੰਦਰੋਂ ਜਿਹੜਾ ਪ੍ਰੇਮ ਸੀ, ਅੰਦਰੋਂ ਜਿਹੜਾ ਪਿਆਰ ਸੀ, ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਨਾਲ, ਪਰਿਵਾਰ ਦੇ ਜੀਆਂ ਦੇ ਨਾਲ ਪ੍ਰੇਮ ਰੱਖਦੇ ਹਾਂ, ਪਿਆਰ ਰੱਖਦੇ ਹਾਂ, ਸਨੇਹ ਰੱਖਦੇ ਹਾਂ, ਇਸੇ ਤਰ੍ਹਾਂ ਹੀ ਉਹਨਾਂ ਨੇ ਉਸ ਪਰਮ ਪਿਤਾ ਪਰਮਾਤਮਾ ਨੂੰ ਆਪਣਾ ਸਮਝਿਆ, ਉਸ ਪਰਮਾਤਮਾ ਦੇ ਨਾਲ ਸੱਚਾ ਪ੍ਰੇਮ ਪਾਇਆ ਅਤੇ ਉਹਨਾਂ ਦੇ ਸੱਚੇ ਪ੍ਰੇਮ ਦੇ ਕਾਰਨ ਕਰਕੇ ਪਰਮਾਤਮਾ ਨੂੰ ਉਹਨਾਂ ਦੇ ਵਾਸਤੇ ਜਗ੍ਹਾ ਪ੍ਰਗਟ ਹੋਣਾ ਪਿਆ, ਜਗ੍ਹਾ ਉਹਨਾਂ ਨੂੰ ਦਰਸ਼ਨ ਦੇਣੇ ਪਏ। ਜਿੱਥੇ ਵੀ ਭਗਤ ਲੋਕ ਯਾਦ ਕਰਦੇ ਸਨ, ਉੱਥੇ ਉਹ ਪਰਮਾਤਮਾ ਪ੍ਰਗਟ ਹੋ ਜਾਂਦਾ ਸੀ। ਜਿੱਥੇ ਵੀ ਭਗਤ ਲੋਕ ਪਰਮਾਤਮਾ ਦਾ ਚਿੰਤਨ ਕਰਦੇ ਸਨ, ਆਰਾਧਨਾ ਕਰਦੇ ਸਨ, ਉੱਥੇ ਪਰਮਾਤਮਾ ਆ ਕਰਕੇ ਪਹੁੰਚ ਜਾਂਦਾ ਸੀ। ਕਿਉਂ ਪਹੁੰਚ ਜਾਂਦਾ ਸੀ? ਕਿਉਂਕਿ ਉਹਨਾਂ ਭਗਤਾਂ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਸੱਚੀ ਪ੍ਰੀਤ ਸੀ। ਜਦੋਂ ਆਪਾਂ ਨਾਮਦੇਵ ਜੀ ਦੀ ਛਪੜੀ ਦਾ ਪ੍ਰਸੰਗ ਦੇਖਦੇ ਹਾਂ, ਇੱਕ ਵਾਰ ਕਹਿੰਦੇ ਨਾਮਦੇਵ ਜੀ ਕਿਤੇ ਜੰਗਲ ਦੇ ਵਿੱਚ ਜਾ ਕਰਕੇ ਤਪੱਸਿਆ ਕਰ ਰਹੇ ਸਨ, ਸਿਮਰਨ ਕਰ ਰਹੇ ਹਨ, ਬੰਦਗੀ ਕਰ ਰਹੇ ਹਨ। ਉੱਧਰੋਂ ਕੀ ਘਟਨਾ ਘਟਦੀ ਹੈ ਕਿ ਨਾਮਦੇਵ ਜੀ ਦੀ ਜਿਹੜੀ ਛਪੜੀ ਹੈ ਉਸ ਨੂੰ ਅੱਗ ਲੱਗ ਜਾਂਦੀ। ਅੱਗ ਲੱਗਣ ਦੇ ਨਾਲ ਉਹ ਸਾਰੀ ਦੀ ਸਾਰੀ ਛਪੜੀ ਜਲ ਜਾਂਦੀ ਹੈ। ਉਸ ਦੇ ਵਿੱਚੋਂ ਜਿਹੜਾ ਸਮਾਨ ਹੈ ਉਹ ਆਂਢੀ ਗੁਆਂਢੀ ਕੱਢ ਕੇ ਬਾਹਰ ਰੱਖ ਦਿੰਦੇ ਹਨ, ਪਰ ਜਿਹੜੀ ਛਪੜੀ ਹੈ ਉਹ ਸਾਰੀ ਜਲ ਕੇ ਰਾਖ ਹੋ ਜਾਂਦੀ। ਕਹਿੰਦੇ ਜਦੋਂ ਭਗਵਾਨ ਨੂੰ ਪਤਾ ਲੱਗਦਾ ਹੈ ਕਿ ਇਹ ਭਗਤ ਜਿਹੜਾ ਹੈ ਬੈਠ ਕਰਕੇ ਮੇਰੀ ਆਰਾਧਨਾ ਕਰ ਰਿਹਾ ਹੈ, ਮੇਰੀ ਯਾਦ ਦੇ ਵਿੱਚ ਬੈਠਾ ਹੈ, ਪਰਮ ਪਿਤਾ ਪਰਮਾਤਮਾ ਉੱਥੇ ਇੱਕ ਕਾਰੀਗਰ ਦਾ ਰੂਪ ਬਣਾ ਕਰਕੇ ਪਹੁੰਚ ਜਾਂਦਾ ਹੈ ਅਤੇ ਨਾਮਦੇਵ ਦੀ ਜਿਹੜੀ ਝੌਂਪੜੀ ਹੈ ਉਸ ਨੂੰ ਬਹੁਤ ਸੁੰਦਰ ਤਿਆਰ ਕਰ ਦਿੰਦਾ ਹੈ। ਜਦੋਂ ਨਾਮਦੇਵ ਜੀ ਦੀ ਜਿਹੜੀ ਝੌਂਪੜੀ ਹੈ ਬਹੁਤ ਸੁੰਦਰ ਤਿਆਰ ਹੋ ਜਾਂਦੀ ਹੈ, ਨਾਮਦੇਵ ਜੀ ਆ ਕਰਕੇ ਆਪਣੀ ਝੌਂਪੜੀ ਦੇ ਵਿੱਚ ਨਿਵਾਸ ਕਰਦੇ ਹਨ, ਤਾਂ ਜਿਹੜੀ ਨਾਮਦੇਵ ਜੀ ਦੀ ਗਵਾਂਢਣ ਹੈ, ਪੜੋਸਣ ਹੈ, ਉਹ ਨਾਮਦੇਵ ਜੀ ਨੂੰ ਇਹ ਪ੍ਰਸ਼ਨ ਕਰਦੀ, ਪਾੜ ਪੜੋਸਣ ਪੂਛ ਲੈ ਨਾਮਾ, ਕਾਪਹਿ ਸ਼ਾਨ ਸ਼ੁਆਈ ਹੋ, ਤੋਪਹਿ ਦੁਗਨੀ ਮਜੂਰੀ ਦੇਹੋ, ਮੋਹਿ ਬੇਟੀ ਦੇਹੋ ਬਤਾਈ। ਬੇਟੀ ਕਹਿੰਦੇ ਹਨ ਕਾਰੀਗਰ ਨੂੰ। ਕਹਿੰਦੇ ਜਿਹੜੀ ਨਾਮਦੇਵ ਜੀ ਦੀ ਗਵਾਂਢਣ ਸੀ ਉਹ ਨਾਮਦੇਵ ਜੀ ਨੂੰ ਆ ਕਰਕੇ ਪੁੱਛਦੀ ਹੈ ਪਾੜ ਪੜੋਸਣ। ਪਾੜ ਕਹਿੰਦੇ ਹਨ ਕਿ ਜਦੋਂ ਆਪਾਂ ਪੁਰਾਣੇ ਘਰਾਂ ਦੇ ਵਿੱਚ ਕਿਸੇ ਬਜ਼ੁਰਗ ਨੇ ਦੇਖਿਆ ਹੋਵੇਗਾ ਕਿ ਜਦੋਂ ਕੱਚੇ ਮਕਾਨ ਹੁੰਦੇ ਸਨ, ਝੌਂਪੜੀਆਂ ਹੁੰਦੀਆਂ ਸਨ, ਇੱਕ ਦੂਸਰੇ ਦੇ ਨਾਲ ਮਕਾਨ ਲੱਗੇ ਹੁੰਦੇ ਸਨ, ਜਿਸ ਤਰ੍ਹਾਂ ਅਸੀਂ ਆਪਣੇ ਹੁਣ ਮਕਾਨਾਂ ਦੇ ਵਿੱਚ ਰੋਸ਼ਨਦਾਨ ਛੋਟੇ ਰੱਖਦੇ ਹਾਂ, ਇਸੇ ਤਰ੍ਹਾਂ ਛੋਟੇ ਇੱਕ ਘਰ ਦੇ ਵਿੱਚੋਂ ਦੂਸਰੇ ਘਰ ਦੇ ਵਿੱਚ ਕਿਸੇ ਕੰਮਕਾਰ ਵਾਸਤੇ ਆਵਾਜ਼ ਮਾਰਨ ਨੂੰ ਛੋਟੇ ਝਰੋਖੇ ਰੱਖੇ ਹੁੰਦੇ ਸਨ, ਛੋਟੇ ਰੋਸ਼ਨਦਾਨ ਰੱਖੇ ਹੁੰਦੇ ਸਨ। ਉਹਨਾਂ ਨੂੰ ਕਹਿੰਦੇ ਸਨ ਪਾੜ।
ਕਹਿੰਦੇ ਪਾੜ ਪੜੋਸਣ ਪੂਛ ਲੈ ਨਾਮਾ। ਨਾਮਦੇਵ ਜੀ ਨੂੰ ਜਿਹੜੀ ਪੜੋਸਣ ਹੈ, ਗਵਾਂਢਣ ਹੈ, ਉਸ ਝਰੋਖੇ ਥਾਣੀ ਆਵਾਜ਼ ਦੇ ਕਰਕੇ ਪੁੱਛਦੀ ਹੈ, ਕਾਪ ਹੈ ਸ਼ਾਨ ਸ਼ਵਾਈ ਹੋ, ਇਹ ਜਿਹੜੀ ਤੁਸੀਂ ਛਪੜੀ ਬਣਵਾਈ ਹੈ, ਇਹ ਛਪੜੀ ਕਿੱਥੋਂ ਬਣਵਾਈ ਹੈ, ਕਿਵੇਂ ਬਣਵਾਈ? ਤੋਪ ਹੈ ਦੁਗਣੀ ਮਜ਼ਦੂਰੀ ਦੇਹੋ, ਮੋਹਿ ਬੇਟੀ ਦੇਹੋ ਬਤਾਈ। ਕਹਿੰਦੇ ਮੈਂ ਤੇਰੇ ਨਾਲੋਂ ਦੁਗਣੀ ਮਜ਼ਦੂਰੀ ਦੇਵਾਂਗੀ, ਕਿਉਂਕਿ ਜਿੰਨੀ ਤੂੰ ਇਸ ਝੌਂਪੜੀ ਨੂੰ ਬਣਾਉਣ ਵਾਸਤੇ ਮਜ਼ਦੂਰੀ ਦਿੱਤੀ ਹੈ, ਮਿਹਨਤ ਦਿੱਤੀ ਹੈ, ਉਸ ਤੋਂ ਮੈਂ ਡਬਲ ਦੇਵਾਂਗੀ। ਮੈਨੂੰ ਉਸ ਬੇਟੀ ਦਾ ਅਰਥਾਤ ਉਸ ਕਾਰੀਗਰ ਦਾ ਐਡਰੈਸ ਦੱਸ ਦੇ, ਮੈਂ ਉਸ ਕਾਰੀਗਰ ਨੂੰ ਜਾ ਕਰਕੇ ਮਿਲ ਕਰਕੇ ਆਪਣੀ ਝੌਂਪੜੀ ਬਣਵਾਉਣਾ ਚਾਹੁੰਦੀ ਹਾਂ, ਅਤੇ ਨਾਲ ਮੇਰੀ ਇਹ ਸ਼ਰਤ ਹੈ ਕਿ ਜਿੰਨੀ ਤੂੰ ਮਜ਼ਦੂਰੀ ਦਿੱਤੀ ਹੈ ਮੈਂ ਉਸ ਤੋਂ ਡਬਲ ਮਜ਼ਦੂਰੀ ਦੇਵਾਂਗੀ, ਤਾਂ ਜੋ ਮੇਰੀ ਜਿਹੜੀ ਝੌਂਪੜੀ ਹੈ ਉਹ ਵੀ ਉਸੇ ਤਰ੍ਹਾਂ ਬਣ ਜਾਏ। ਕਹਿੰਦੇ ਨਾਮਦੇਵ ਜੀ ਅੱਗੇ ਕਿਰਪਾ ਕਰਦੇ ਹਨ, ਰੀ ਬਾਈ ਬੇਟੀ ਦੇਣ ਨਾ ਜਾਈ। ਕਹਿੰਦੇ ਉਹ ਜਿਹੜਾ ਬੇਟੀ ਹੈ ਉਹ ਕਾਰੀਗਰ ਹੈ, ਉਹ ਕਿਸੇ ਦੂਸਰੇ ਨੂੰ ਨਹੀਂ ਦਿੱਤਾ ਜਾ ਸਕਦਾ। ਦੇਖ ਬੇਟੀ ਰਹੇ ਉਹ ਸਮਾਈ, ਕਿਉਂਕਿ ਉਹ ਜਿਹੜਾ ਬੇਟੀ ਹੈ, ਕਾਰੀਗਰ ਹੈ, ਉਹ ਸਾਰੇ ਸੰਸਾਰ ਦੇ ਵਿੱਚ ਸਮਾਇਆ ਹੋਇਆ ਹੈ। ਕੋਈ ਐਸੋ ਜੀ ਜਗ੍ਹਾ ਨਹੀਂ ਹੈ ਕਿ ਜਿੱਥੇ ਉਹ ਕਾਰੀਗਰ ਨਾ ਹੋਏ। ਕਹਿੰਦੇ ਜਿੰਨਾ ਵੀ ਇਹ ਸੰਸਾਰ ਹੈ, ਚਰਾਚਰ ਸਾਨੂੰ ਸ੍ਰਿਸ਼ਟੀ ਦਿਖ ਰਹੀ ਹੈ, ਸਾਰੇ ਚਰਾਚਰ ਸ੍ਰਿਸ਼ਟੀ ਦੇ ਵਿੱਚ ਉਹ ਬੇਟੀ ਜਿਹੜਾ ਕਾਰੀਗਰ ਹੈ ਉਹ ਸਮਾਇਆ ਹੋਇਆ ਹੈ। ਹਮਾਰੇ ਬੇਟੀ ਪ੍ਰਾਣ ਆਧਾਰਾ। ਕਹਿੰਦੇ ਜਿਹੜਾ ਉਹ ਕਾਰੀਗਰ ਹੈ ਉਹ ਮੇਰੇ ਪ੍ਰਾਣਾਂ ਦਾ ਆਧਾਰ ਹੈ। ਮੈਂ ਉਸ ਨੂੰ ਆਪਣੇ ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰਾ ਮੰਨਦਾ ਹਾਂ। ਕਿਉਂ ਪ੍ਰਾਣਾਂ ਤੋਂ ਵੀ ਜ਼ਿਆਦਾ ਮੰਨਦਾ ਹਾਂ? ਕਿਉਂਕਿ ਮੇਰੇ ਪ੍ਰਾਣਾਂ ਦਾ ਆਧਾਰ ਹੀ ਉਹ ਹੈ। ਫਿਰ ਅੱਗੇ ਰਹਾਓ ਦੇ ਕਰਕੇ, ਅਰਥਾਤ ਵਿਸਰਾਮ ਦੇ ਕਰਕੇ ਭਗਤ ਜੀ ਅੱਗੇ ਕਿਰਪਾ ਕਰਦੇ ਹਨ। ਕਹਿੰਦੇ ਉਹ ਜਿਹੜਾ ਬੇਟੀ ਹੈ ਉਹ ਸੰਸਾਰ ਦੀ ਧਨ, ਸੰਸਾਰ ਦੀ ਦੌਲਤ, ਸੰਸਾਰ ਦੇ ਰੁਪਏ ਪੈਸੇ ਨਹੀਂ ਮੰਗਦਾ। ਉਹ ਪ੍ਰੀਤ ਉਹ ਜਿਹੜੀ ਹੈ ਮਜ਼ਦੂਰੀ ਹੈ, ਕੀ ਮੰਗਦਾ ਹੈ? ਬੇਟੀ ਪ੍ਰੀਤ ਮਜ਼ਦੂਰੀ ਮੰਗੈ, ਜੋ ਕੋਈ ਸ਼ਾਨ ਛੁਵਾਵੇ ਹੋ। ਕਹਿੰਦੇ ਉਹ ਪ੍ਰੀਤ ਰੂਪੀ ਜਿਹੜੀ ਮਜ਼ਦੂਰੀ ਹੈ ਉਹ ਮੰਗਦਾ ਹੈ। ਅਗਰ ਤੂੰ ਪ੍ਰੀਤ ਰੂਪੀ ਮਜ਼ਦੂਰੀ ਦੇ ਸਕਦੀ ਹੈ ਤਾਂ ਆਪਣੀ ਜਿਹੜੀ ਤੇਰੀ ਛਪੜੀ ਹੈ ਉਸ ਨੂੰ ਉਸ ਕਾਰੀਗਰ ਦੇ ਕੋਲੋਂ ਬਣਵਾ ਸਕਦੀ ਹੈ। ਉਸ ਬੇਟੀ ਨੂੰ, ਉਸ ਕਾਰੀਗਰ ਨੂੰ ਸੰਸਾਰ ਦੀਆਂ ਵਸਤੂਆਂ ਦੇ ਕਰਕੇ, ਸੰਸਾਰ ਦੀਆਂ ਵਸਤੂਆਂ ਦੇ ਦੁਆਰਾ ਉਸ ਬੇਟੀ ਨੂੰ ਕਹਿੰਦੇ ਨਹੀਂ ਖਰੀਦਿਆ ਜਾ ਸਕਦਾ। ਅਗਰ ਤੂੰ ਉਸ ਬੇਟੀ ਨੂੰ ਪ੍ਰਾਪਤ ਕਰਨਾ ਹੈ, ਉਸ ਦੇ ਕੋਲੋਂ ਆਪਣੀ ਛਪੜੀ ਬਣਵਾਉਣੀ ਹੈ, ਤਾਂ ਤੈਨੂੰ ਆਪਣੇ ਹਿਰਦੇ ਦੇ ਵਿੱਚ ਉਸ ਦੇ ਪ੍ਰਤੀ ਪਹਿਲਾਂ ਸੱਚਾ ਪ੍ਰੇਮ ਪ੍ਰਗਟ ਕਰਨਾ ਪਵੇਗਾ। ਜਦੋਂ ਤੂੰ ਆਪਣੇ ਹਿਰਦੇ ਦੇ ਵਿੱਚ ਉਸ ਦੇ ਪ੍ਰਤੀ ਸੱਚਾ ਪ੍ਰੇਮ ਪ੍ਰਗਟ ਕਰੇਗੀ, ਤੇਰੇ ਅੰਦਰ ਸੱਚੀ ਭਾਵਨਾ ਹੋਵੇਗੀ, ਤਾਂ ਕਹਿੰਦੇ ਉਹ ਬੇਟੀ ਕਾਰੀਗਰ ਆ ਕਰਕੇ ਤੇਰੀ ਜਿਹੜੀ ਛਪੜੀ ਹੈ ਉਸ ਛਪੜੀ ਨੂੰ ਬਣਾਉਣਾ ਕਰੇਗਾ। ਪਰ ਉਹਦੇ ਨਾਲ ਪ੍ਰੀਤੀ ਕਦੋਂ ਹੋਵੇਗੀ? ਲੋਕ ਕੁਟੰਬ ਸਭੋਂ ਤੇ ਤੋਰੈ ਤੋ ਆਪਨ ਬੇਟੀ ਆਵੇ। ਕਹਿੰਦੇ ਜਦੋਂ ਤੂੰ ਲੋਕਾਂ ਦੇ ਨਾਲੋਂ, ਕੁਟੰਬ ਅਰਥਾਤ ਪਰਿਵਾਰ ਦੇ ਨਾਲੋਂ ਜਿਹੜੀ ਪ੍ਰੀਤੀ ਹੈ, ਜਿੰਨਾ ਤੇਰਾ ਪ੍ਰੇਮ ਸੰਸਾਰ ਦੇ ਨਾਲ ਹੈ, ਜਿੰਨਾ ਤੇਰਾ ਪ੍ਰੇਮ ਪਰਿਵਾਰ ਦੇ ਨਾਲ ਹੈ, ਜਦੋਂ ਇਹੋ ਜਿਹਾ ਪਿਆਰ ਤੇਰਾ ਉਸ ਪਰਮਾਤਮਾ ਦੇ ਨਾਲ, ਪਰਮੇਸ਼ਰ ਦੇ ਨਾਲ ਹੋ ਜਾਵੇਗਾ, ਤਾਂ ਜਾ ਕਰਕੇ ਉਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆ ਕਰਕੇ ਕਹਿੰਦੇ ਤੇਰੀ ਆਪਣੇ ਆਪ ਛਪੜੀ ਬਣਾ ਦੇਵੇਗਾ। ਫਿਰ ਤੈਨੂੰ ਉਸ ਨੂੰ ਆਵਾਜ਼ ਦੇਣ ਦੀ ਜਾਂ ਬੁਲਾ ਕੇ ਲਿਆਉਣ ਦੀ ਜਾਂ ਸੰਦੇਸ਼ਾ ਦੇਣ ਦੀ ਲੋੜ ਨਹੀਂ ਹੈ ਕਿ ਮੇਰੀ ਛਪੜੀ ਬਣਾ ਦਿਓ, ਕਿਉਂਕਿ ਉਸ ਨੂੰ ਖੁਦ ਚਿੰਤਾ ਹੋਵੇਗੀ ਕਿ ਮੇਰੇ ਭਗਤ ਦੀ ਜਿਹੜੀ ਛਪੜੀ ਹੈ ਉਹ ਬਣਾਉਣ ਵਾਲੀ ਹੈ। ਜਿਹੜਾ ਮੇਰਾ ਭਗਤ ਹੈ ਉਹ ਮੇਰੀ ਆਰਾਧਨਾ ਕਰਦਾ ਹੈ, ਮੇਰੀ ਸੇਵਾ ਕਰਦਾ ਹੈ, ਮੇਰੀ ਬੰਦਗੀ ਕਰਦਾ ਹੈ। ਇਸ ਵਾਸਤੇ ਕਹਿੰਦੇ ਇਹੋ ਜਿਹਾ ਉਹ ਬੇਟੀ ਹੈ, ਉਹ ਕਾਰੀਗਰ ਹੈ। ਇਸ ਵਾਸਤੇ ਭਾਈ ਜਦੋਂ ਆਪਾਂ ਇੱਕ ਨਹੀਂ, ਦੋ ਨਹੀਂ, ਸਾਰਿਆਂ ਭਗਤਾਂ ਦੇ ਜੀਵਨ ਦੇਖਦੇ ਹਾਂ ਕਿ ਸਾਰਿਆਂ ਭਗਤਾਂ ਨੇ ਆਪਣੇ ਅੰਦਰ ਦੀ ਜਿਹੜੀ ਪ੍ਰੀਤ ਹੈ, ਅੰਦਰ ਦੀ ਜਿਹੜੀ ਪਿਆਰ ਦੀ ਖਿੱਚ ਹੈ, ਉਸੇ ਦੇ ਨਾਲ ਹੀ ਉਸ ਪਰਮਾਤਮਾ ਨੂੰ ਖਿੱਚਿਆ ਹੈ, ਉਸ ਪਰਮਾਤਮਾ ਨੂੰ ਪ੍ਰਗਟ ਕੀਤਾ ਹੈ। ਇਹ ਨਹੀਂ ਕਿ ਸਾਡੇ ਕੋਲ ਇਹ ਵਸਤੂ ਨਹੀਂ ਹੈ। ਸਾਡੇ ਸਾਰਿਆਂ ਦੇ ਕੋਲ ਪ੍ਰੇਮ ਹੈ, ਪਿਆਰ ਹੈ, ਸਨੇਹ ਹੈ, ਪ੍ਰੀਤੀ ਹੈ, ਅਤੇ ਅਸੀਂ ਇਹ ਸਨੇਹ, ਪ੍ਰੇਮ, ਪਿਆਰ ਕਰਨਾ ਵੀ ਜਾਣਦੇ ਹਾਂ, ਕਿਉਂਕਿ ਅਸੀਂ ਆਪਣੇ ਘਰ ਦੇ, ਪਰਿਵਾਰ ਦੇ ਜੀਆਂ ਨੂੰ, ਸਾਰਿਆਂ ਜੀਆਂ ਦੇ ਨਾਲ ਪ੍ਰੇਮ ਕਰਦੇ ਹਾਂ, ਪਿਆਰ ਕਰਦੇ ਹਾਂ, ਸੱਜਣਾ ਮਿੱਤਰਾਂ ਦੇ ਨਾਲ ਪਿਆਰ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਨਾਲ, ਪਰਿਵਾਰ ਦੇ ਨਾਲ, ਸੱਜਣਾ ਮਿੱਤਰਾਂ, ਰਿਸ਼ਤੇਦਾਰਾਂ, ਨਾਤੇਦਾਰਾਂ ਦੇ ਨਾਲ ਪਿਆਰ ਕਰਦੇ ਹਾਂ, ਅਗਰ ਇਹੋ ਜਿਹਾ ਪਿਆਰ, ਇਹੋ ਜਿਹੀ ਪ੍ਰੀਤੀ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਕਰਨ ਲੱਗ ਪਵਾਂਗੇ, ਤਾਂ ਸੁਭਾਵਿਕ ਹੈ ਭਾਈ ਸਾਡਾ ਇਸ ਸੰਸਾਰ ਦੇ ਵਿੱਚੋਂ ਕਲਿਆਣ ਹੋ ਜਾਵੇਗਾ। ਉਹ ਪਰਮਾਤਮਾ ਸਾਡੀ ਪ੍ਰੀਤੀ ਨੂੰ ਦੇਖ ਕਰਕੇ ਪ੍ਰਗਟ ਹੋ ਜਾਵੇ।
ਕਿਉਂਕਿ ਜਦੋਂ ਵੀ ਦੋ ਵਸਤੂਆਂ ਦਾ ਮੇਲ ਹੁੰਦਾ ਹੈ, ਇੱਕ ਵਸਤੂ ਦੂਸਰੀ ਵਸਤੂ ਤੋਂ ਕੁਰਬਾਨ ਹੁੰਦੀ ਹੈ, ਤਾਂ ਸੁਭਾਵਿਕ ਹੈ ਦੂਸਰੀ ਵਸਤੂ ਵੀ ਉਸ ਦੇ ਉੱਪਰੋਂ ਕੁਰਬਾਨ ਹੁੰਦੀ। ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਦੁੱਧ ਦਾ ਅਤੇ ਪਾਣੀ ਦਾ ਦ੍ਰਿਸ਼ਟਾਂਤ ਦੇਖਦੇ ਹਾਂ ਕਿ ਜਦੋਂ ਆਪਾਂ ਦੁੱਧ ਦੇ ਵਿੱਚ ਪਾਣੀ ਪਾਉਂਦੇ ਹਾਂ, ਜਿਹੜਾ ਦੁੱਧ ਹੈ ਉਹ ਪਾਣੀ ਨੂੰ ਆਪਣਾ ਰੂਪ ਦੇ ਦਿੰਦਾ ਹੈ। ਜਦੋਂ ਵੀ ਦੁੱਧ ਦੇ ਵਿੱਚ ਪਾਣੀ ਪਾਈਏ, ਪਾਣੀ ਦਾ ਰੂਪ ਸਾਨੂੰ ਨਹੀਂ ਦਿਖਾਈ ਦਿੰਦਾ, ਕਿਉਂਕਿ ਜਿਹੜਾ ਦੁੱਧ ਹੈ ਉਹ ਦੁੱਧ ਆਪਣਾ ਰੂਪ ਉਸ ਪਾਣੀ ਨੂੰ ਦੇ ਦਿੰਦਾ। ਫਿਰ ਕਹਿੰਦੇ ਜਦੋਂ ਆਪਾਂ ਉਸ ਦੁੱਧ ਨੂੰ ਅੱਗ ਦੇ ਉੱਤੇ ਰੱਖਦੇ ਹਾਂ ਗਰਮ ਕਰਨ ਵਾਸਤੇ, ਉਸ ਦੁੱਧ ਦੇ ਥੱਲੇ ਅੱਗ ਬਲਦੀ ਹੈ, ਤਾਂ ਜਿਹੜਾ ਪਾਣੀ ਹੈ ਉਹ ਦੁੱਧ ਨੂੰ ਸੇਕ ਨਹੀਂ ਲੱਗਣ ਦਿੰਦਾ, ਅਰਥਾਤ ਪਾਣੀ ਜਿਹੜਾ ਹੈ ਉਹ ਜਲਣ ਲੱਗ ਜਾਂਦਾ ਹੈ, ਦੁੱਧ ਉਸੇ ਤਰ੍ਹਾਂ ਰਹਿ ਜਾਂਦਾ ਹੈ। ਜਿੰਨਾ ਚਿਰ ਤੱਕ ਉਸ ਦੇ ਵਿੱਚ ਪਾਣੀ ਰਹੇਗਾ, ਪਾਣੀ ਜਲਦਾ ਰਹੇਗਾ, ਦੁੱਧ ਨੂੰ ਜਲਣ ਨਹੀਂ ਦੇਵੇਗਾ। ਫਿਰ ਕਹਿੰਦੇ ਜਿਹੜਾ ਦੁੱਧ ਹੈ ਜਦੋਂ ਪਾਣੀ ਨੂੰ ਜਲਦਿਆਂ ਦੇਖਦਾ ਹੈ ਕਿ ਇਹ ਮੇਰੇ ਨਾਲ ਇੰਨਾ ਪਿਆਰ ਕਰਦਾ ਹੈ ਕਿ ਇਹ ਮੇਰੀ ਖਾਤਰ ਆਪਣੇ ਆਪ ਜਲ ਰਿਹਾ ਹੈ, ਫਿਰ ਕਹਿੰਦੇ ਜਿਹੜਾ ਦੁੱਧ ਹੈ ਉਹ ਪਤੀਲੇ ਦੇ ਵਿੱਚੋਂ ਉਬਲ ਕਰਕੇ ਬਾਹਰ ਆ ਜਾਂਦਾ ਹੈ। ਕਿਸ ਵਾਸਤੇ ਪਤੀਲੇ ਤੋਂ ਬਾਹਰ ਆ ਜਾਂਦਾ ਹੈ? ਕਿ ਜਿਹੜਾ ਮੇਰਾ ਮਿੱਤਰ ਪਾਣੀ ਹੈ ਉਸ ਨੂੰ ਜਲਣ ਤੋਂ ਬਚਾ ਸਕਾਂ, ਅਰਥਾਤ ਉਸ ਦਾ ਬਚਾਵ ਹੋ ਸਕੇ। ਫਿਰ ਕਹਿੰਦੇ ਜਦੋਂ ਉਬਲਦੇ ਹੋਏ ਦੁੱਧ ਦੇ ਉੱਤੇ ਆਪਾਂ ਪਾਣੀ ਦੇ ਛਿੱਟੇ ਮਾਰਦੇ ਹਾਂ, ਉਹ ਆਪਣੇ ਮਿੱਤਰ ਨੂੰ ਆਇਆ ਦੇਖਦਾ ਹੈ, ਫਿਰ ਉਹ ਉਬਾਲਾ ਜਿਹੜਾ ਹੈ ਥੱਲੇ ਬੈਠ ਜਾਂਦਾ ਹੈ, ਫਿਰ ਦੁੱਧ ਥੱਲੇ ਬੈਠ ਜਾਂਦਾ। ਇਸ ਵਾਸਤੇ ਜਦੋਂ ਦੋ ਚੀਜ਼ਾਂ ਦੇ ਵਿੱਚ ਆਪਸ ਦੇ ਵਿੱਚ ਮਿਲਾਪ ਹੁੰਦਾ ਹੈ, ਇੱਕ ਦੂਸਰੀ ਚੀਜ਼ ਇੱਕ ਦੂਸਰੀ ਦੇ ਉੱਤੋਂ ਆਪਾ ਕੁਰਬਾਨ ਕਰਦੀ ਹੈ, ਤਾਂ ਸੁਭਾਵਿਕ ਹੈ ਕਿ ਜਿਹੜੀ ਦੂਸਰੀ ਵਸਤੂ ਹੈ ਉਹ ਵੀ ਆਪਣਾ ਆਪ ਕੁਰਬਾਨ ਕਰ ਦਿੰਦੀ। ਇਸੇ ਤਰ੍ਹਾਂ ਭਾਈ ਜਦੋਂ ਆਪਾਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਇਹੋ ਜਿਹੀ ਪ੍ਰੀਤੀ ਕਰਾਂਗੇ, ਇਹੋ ਜਿਹਾ ਪਿਆਰ ਕਰਾਂਗੇ, ਤਾਂ ਸੁਭਾਵਿਕ ਹੈ ਉਹ ਪਰਮ ਪਿਤਾ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਵੇਗਾ। ਆਪਾਂ ਸਾਰੇ ਹੀ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਇਹੋ ਜਿਹਾ ਪ੍ਰੇਮ, ਇਹੋ ਜਿਹਾ ਪਿਆਰ, ਇਹੋ ਜਿਹੀ ਪ੍ਰੀਤੀ ਜਗਾਈਏ ਕਿ ਜਿਨ੍ਹਾਂ ਭਗਤਾਂ ਦੀ ਆਪਾਂ ਰੋਜ਼ਾਨਾ ਬਾਣੀ ਪੜ੍ਹਦੇ ਹਾਂ, ਜਿਨ੍ਹਾਂ ਭਗਤਾਂ ਨੇ ਸਾਨੂੰ ਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਇਹੋ ਜਿਹੇ ਦ੍ਰਿਸ਼ਟਾਂਤ ਦਿੱਤੇ ਹਨ, ਪ੍ਰਮਾਣ ਦਿੱਤੇ ਹਨ ਉਸ ਪਰਮਾਤਮਾ ਦੀ ਪ੍ਰੀਤੀ ਦੇ, ਉਹਨਾਂ ਦ੍ਰਿਸ਼ਟਾਂਤਾਂ ਨੂੰ, ਪ੍ਰਮਾਣਾਂ ਨੂੰ ਆਪਾਂ ਆਪਣੇ ਜੀਵਨ ਦੇ ਵਿੱਚ ਘਟਾਈਏ। ਜਦੋਂ ਆਪਣੇ ਜੀਵਨ ਦੇ ਵਿੱਚ ਘਟਾਵਾਂਗੇ ਤਾਂ ਹੀ ਭਾਈ ਸਾਡਾ ਇਸ ਸੰਸਾਰ ਦੇ ਵਿੱਚੋਂ ਕਲਿਆਣ ਹੋਵੇਗਾ। ਜਿਹੜਾ ਲਕਸ਼ ਲੈ ਕਰਕੇ ਅਸੀਂ ਇਸ ਸੰਸਾਰ ਦੇ ਵਿੱਚ ਆਏ ਸੀ, ਉਸ ਲਕਸ਼ ਦੀ ਸਾਨੂੰ ਪ੍ਰਾਪਤੀ ਹੋਵੇ। ਅੱਗੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸ਼੍ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਕਹਿੰਦੇ ਜਿਹੜੀ ਸਾਨੂੰ ਰਸਨਾ ਉਸ ਪਰਮ ਪਿਤਾ ਪਰਮਾਤਮਾ ਨੇ ਦਿੱਤੀ ਹੈ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਅਰਥਾਤ ਜਿਹੜੀ ਸਾਨੂੰ ਰਸਨਾ ਉਸ ਪਰਮ ਪਿਤਾ ਪਰਮਾਤਮਾ ਨੇ ਉਸ ਪਰਮੇਸ਼ਰ ਦੀ ਅਰਾਧਨਾ ਕਰਨ ਵਾਸਤੇ, ਬੰਦਗੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ, ਨਾਮ ਜਪਣ ਵਾਸਤੇ ਦਿੱਤੀ ਹੈ, ਉਸ ਰਸਨਾ ਦੇ ਦੁਆਰਾ ਅਸੀਂ ਸੰਸਾਰ ਦੇ ਰਸ ਚੱਖਦੇ ਫਿਰਦੇ ਹਾਂ, ਅਤੇ ਜਿਹੜੇ ਸੰਸਾਰ ਦੇ ਰਸ ਹਨ ਇਹ ਇਸੇ ਤਰ੍ਹਾਂ ਰਹਿ ਜਾਣੇ ਹਨ। ਅਸੀਂ ਇੱਕ ਨਾ ਇੱਕ ਦਿਨ ਇਸ ਸੰਸਾਰ ਦੇ ਵਿੱਚੋਂ ਬੀਤ ਜਾਣਾ। ਜਿੰਨੀਆਂ ਵੀ ਆਪਾਂ ਸੰਸਾਰ ਦੇ ਵਿੱਚ ਵਸਤੂਆਂ ਦੇਖਦੇ ਹਾਂ, ਜਿਨ੍ਹਾਂ ਵਸਤੂਆਂ ਦਾ ਆਪਾਂ ਆਪਣੀ ਰਸਨਾ ਦੇ ਨਾਲ ਸਵਾਦ ਲੈਂਦੇ ਹਾਂ, ਪ੍ਰਾਚੀਨ ਸਮੇਂ ਤੋਂ ਦੇਖ ਕਰਕੇ ਦੇਖੋ ਕਿ ਉਹ ਵਸਤੂਆਂ ਉਸੇ ਤਰ੍ਹਾਂ ਅੱਜ ਵੀ ਹਾਜ਼ਰ ਹਨ, ਮੌਜੂਦ ਹਨ, ਪਰ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਕਰੋੜਾਂ ਵਿਅਕਤੀ ਇਹੋ ਜਿਹੇ ਆਏ ਜਿਹੜੇ ਉਸ ਰਸ ਦਾ ਰਸ ਲੈ ਕਰਕੇ ਚਲੇ ਗਏ, ਪਰ ਉਹ ਰਸ ਫਿਰ ਵੀ ਉਸੇ ਤਰ੍ਹਾਂ ਮੌਜੂਦ ਹੈ। ਇਸ ਕਰਕੇ ਜਿਹੜੀ ਸਾਨੂੰ ਇਹ ਰਸਨਾ ਮਿਲੀ ਹੈ, ਇਹ ਕਿਸ ਵਾਸਤੇ ਮਿਲੀ ਹੈ? ਉਸ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਦਾ ਨਾਮ ਜਪਣ ਵਾਸਤੇ। ਜਿਵੇਂ ਜਿਵੇਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਸੁਭਾਵਿਕ ਹੈ ਭਾਈ ਜਿਹੜੀ ਸਾਡੀ ਰਸਨਾ ਹੈ ਇਹ ਸਫਲ ਹੋ ਜਾਵੇਗੀ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ, ਸ਼੍ਰਵਣੀ ਸੁਣੀਏ ਰਸਨਾ ਗਾਈਏ, ਹਿਰਦੇ ਧਿਆਈਏ ਸੋਈ। ਉਸ ਪਰਮ ਪਿਤਾ ਪਰਮਾਤਮਾ ਨੂੰ ਸਭ ਤੋਂ ਪਹਿਲਾਂ ਆਪਣੀ ਰਸਨਾ ਦੇ ਦੁਆਰਾ ਅਸੀਂ ਗਾਇਨ ਕਰੀਏ। ਫਿਰ ਕਹਿੰਦੇ ਉਸ ਗਾਇਨ ਕੀਤੇ ਹੋਏ ਸ਼ਬਦ ਨੂੰ, ਗਾਇਨ ਕੀਤੀ ਹੋਈ ਬਾਣੀ ਨੂੰ ਜਦੋਂ ਆਪਾਂ ਗੁਰਮੁਖ ਪਿਆਰਿਆਂ ਦੇ ਕੋਲੋਂ ਜਾ ਕਰਕੇ ਸ਼ਬਦ ਕੀਰਤਨ ਸੁਣਦੇ ਹਾਂ ਜਾਂ ਸ਼ਬਦ ਦੀ ਵਿਚਾਰ ਸੁਣਦੇ ਹਾਂ, ਜਿਵੇਂ ਜਿਵੇਂ ਅਸੀਂ ਪਹਿਲਾਂ ਉਸ ਨੂੰ ਪੜ੍ਹਾਂਗੇ ਫਿਰ ਉਸ ਨੂੰ ਸ਼ਰਵਣ ਕਰਾਂਗੇ, ਸ਼ਰਵਣ ਕਰਨ ਦੇ ਨਾਲ ਹੌਲੀ ਹੌਲੀ ਸਾਡੇ ਹਿਰਦੇ ਦੇ ਵਿੱਚ ਉਤਰੇਗੀ ਅਤੇ ਫਿਰ ਸਾਡੇ
ਹਿਰਦੇ ਦੇ ਵਿੱਚ ਉਸ ਪਰਮਾਤਮਾ ਦੀ ਆਰਾਧਨਾ ਸ਼ੁਰੂ ਹੋਵੇਗੀ, ਜਿਸ ਆਰਾਧਨਾ ਦੇ ਦੁਆਰਾ ਅਸੀਂ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਪ੍ਰਗਟ ਕਰ ਲਵਾਂਗੇ। ਉਹ ਪਰਮ ਪਿਤਾ ਪਰਮਾਤਮਾ ਆਰਾਧਨਾ ਕਰਦਿਆਂ ਕਰਦਿਆਂ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਵੇ। ਕਿਉਂਕਿ ਸਾਡੇ ਸੰਸਾਰ ਦੇ ਵਿੱਚ ਦੋ ਪ੍ਰਕਾਰ ਦੇ ਰਸਤੇ ਹਨ ਮੁਕਤੀ ਨੂੰ ਪ੍ਰਾਪਤ ਕਰਨ ਦੇ। ਇੱਕ ਰਸਤਾ ਹੈ ਨਰਦਾ ਭਗਤੀ ਦਾ ਅਤੇ ਦੂਸਰਾ ਹੈ ਗਿਆਨ ਦਾ ਰਸਤਾ। ਜਾਂ ਤਾਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਭਗਤੀ ਦੇ ਦੁਆਰਾ ਪ੍ਰਾਪਤ ਕਰਦੇ ਹਾਂ ਜਾਂ ਗਿਆਨ ਦੇ ਦੁਆਰਾ ਪ੍ਰਾਪਤ ਕਰਦੇ ਹਾਂ। ਗਿਆਨ ਦੇ 8 ਅੰਗ ਹਨ: ਵਿਵੇਕ, ਵੈਰਾਗ, ਛਟ ਸੰਪਤੀ, ਮੁਮੁਕਸ਼ੂਤਾ, ਸ਼੍ਰਵਣ, ਮਨਨ, ਨਿਧਿਧਿਆਸਨ ਅਤੇ ਤਤਵਮ ਪਦ ਦਾ ਸੰਸ਼ੋਧਨ। ਜਦੋਂ ਆਪਾਂ ਜਪਜੀ ਸਾਹਿਬ ਦਾ ਜਾਪ ਕਰਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਨੇ ਉਹਦੇ ਵਿੱਚ ਜਿਹੜੇ ਗਿਆਨ ਦੇ ਸਾਧਨ ਹਨ ਉਹਨਾਂ ਸਾਰੇ ਸਾਧਨਾਂ ਦਾ ਕਥਨ ਕੀਤਾ ਹੈ। 4 ਪੌੜੀਆਂ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਰਵਣ ਦੇ ਬਾਰੇ ਉਚਾਰਨ ਕੀਤੀਆਂ ਹਨ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ। ਅਰਥਾਤ ਜਿਹੜੀਆਂ ਇਹ 4 ਪੌੜੀਆਂ ਸ਼ਰਵਣ ਦੀਆਂ ਹਨ, ਇਹ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਗਿਆਨ ਦੇ ਜਿਹੜੇ ਅੰਗ ਹਨ ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਕੀਤੀਆਂ ਹਨ। ਫਿਰ ਉਸ ਤੋਂ ਬਾਅਦ 4 ਪੌੜੀਆਂ ਮੰਨਣ ਦੀਆਂ ਕਥਨ ਕੀਤੀਆਂ ਹਨ ਕਿ ਜਿਹੜਾ ਭਾਈ ਆਪਾਂ ਸ਼ਰਵਣ ਕੀਤਾ ਹੈ, ਉਸ ਸ਼ਰਵਣ ਕੀਤੇ ਹੋਏ ਨੂੰ ਆਪਾਂ ਆਪਣੇ ਜੀਵਨ ਦੇ ਵਿੱਚ ਮਨਨ ਕਰਨਾ ਹੈ। ਜਿਵੇਂ ਜਿਵੇਂ ਆਪਾਂ ਆਪਣੇ ਜੀਵਨ ਦੇ ਵਿੱਚ ਸ਼ਰਵਣ ਕੀਤੇ ਹੋਏ ਨੂੰ ਮਨਨ ਕਰਾਂਗੇ, ਕਿਉਂਕਿ ਜਿਸ ਤਰ੍ਹਾਂ ਅਸੀਂ ਕਿਸੇ ਡਾਕਟਰ ਦੇ ਕੋਲ ਜਾਂਦੇ ਹਾਂ, ਦਵਾਈ ਲੈ ਆਉਂਦੇ ਹਾਂ, ਦਵਾਈ ਲਿਆ ਕਰਕੇ ਟੇਬਲ 'ਤੇ ਰੱਖ ਦਿੰਦੇ ਹਾਂ, ਉਹ ਸਾਡਾ ਕਦੀ ਵੀ ਰੋਗ ਠੀਕ ਨਹੀਂ ਹੁੰਦਾ। ਜਦੋਂ ਅਸੀਂ ਜਿਸ ਵਿਧੀ ਦੇ ਨਾਲ ਸਾਨੂੰ ਉਹ ਦਵਾਈ ਦੱਸੀ ਸੀ ਉਸ ਵਿਧੀ ਦੇ ਅਨੁਸਾਰ ਪਰਹੇਜ਼ ਕਰਾਂਗੇ, ਉਹ ਦਵਾਈ ਖਾਵਾਂਗੇ, ਜਿਸ ਰੋਗ ਦੀ ਦਵਾਈ ਲਿਆਂਦੀ ਹੈ ਉਹ ਸਾਡਾ ਰੋਗ ਠੀਕ ਹੋ ਜਾਵੇਗਾ। ਇਸੇ ਤਰ੍ਹਾਂ ਹੀ ਜੋ ਅਸੀਂ ਆ ਕਰਕੇ ਗੁਰਬਾਣੀ ਸ਼ਰਵਣ ਕਰਦੇ ਹਾਂ, ਸ਼ਬਦ ਕੀਰਤਨ ਸ਼ਰਵਣ ਕਰਦੇ ਹਾਂ, ਸ਼ਬਦ ਵਿਚਾਰ ਸ਼ਰਵਣ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਉਸ ਬਾਣੀ ਦੀ ਜਦੋਂ ਆਪਾਂ ਵਿਚਾਰ ਆਪਣੇ ਜੀਵਨ ਦੇ ਵਿੱਚ ਮਨਨ ਕਰਾਂਗੇ, ਫਿਰ ਮਨਨ ਕੀਤੇ ਹੋਏ ਦਾ ਨਿਧਿਧਿਆਸਨ ਕਰਾਂਗੇ, ਫਿਰ ਜਦੋਂ ਤਤਵ ਪਦ ਦਾ ਸੰਸ਼ੋਧਨ ਕਰਾਂਗੇ ਤਾਂ ਭਾਈ ਸਾਨੂੰ ਆਪਣੇ ਨਿਜ ਸਰੂਪ ਦਾ ਗਿਆਨ ਹੋਵੇਗਾ ਕਿ ਜਿਹੜਾ ਸਾਡਾ ਸਤਿਚਿਤ ਆਨੰਦ ਸਰੂਪ ਹੈ ਉਹ ਸਾਡਾ ਕਿਹੜਾ ਸਰੂਪ ਹੈ। ਤਾਂ ਜਾ ਕਰਕੇ ਅਸੀਂ ਆਪਣੇ ਉਸ ਸਤਿਚਿਤ ਆਨੰਦ ਸਰੂਪ ਦੇ ਵਿੱਚ ਬਿਰਾਜਮਾਨ ਹੋਵਾਂਗੇ, ਆਪਣੇ ਉਸ ਸਤਿਚਿਤ ਆਨੰਦ ਸਰੂਪ ਦੇ ਵਿੱਚ ਸਥਿਤ ਹੋਵਾਂਗੇ। ਇਸ ਵਾਸਤੇ ਭਾਈ ਸਭ ਤੋਂ ਪਹਿਲਾਂ ਆਪਾਂ ਆਪਣੀ ਰਸਨਾ ਦੇ ਦੁਆਰਾ ਉਸ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਸ਼ੁਰੂ ਕਰੀਏ। ਫਿਰ ਹੌਲੀ ਹੌਲੀ ਜਿਹੜਾ ਜਪਿਆ ਹੈ ਉਸ ਨੂੰ ਆਪਣੇ ਸ਼ਰਵਣਾਂ ਦੇ ਨਾਲ ਸੁਣਨਾ ਸ਼ੁਰੂ ਕਰੀਏ। ਅੱਜ ਜਦੋਂ ਅਸੀਂ ਆਪਣੇ ਸਮਾਜ ਦੀ ਹਾਲਤ ਦੇਖਦੇ ਹਾਂ ਕਿ ਸਾਡਾ ਜਿਹੜਾ ਸਿੱਖ ਸਮਾਜ ਹੈ ਇਹ ਦੂਸਰੇ ਧਰਮਾਂ ਵੱਲ ਦੌੜਦਾ ਹੈ ਕਿ ਅਸੀਂ ਯੋਗ ਸਾਧਨ ਕਰਾਂਗੇ, ਉਸ ਦੇ ਦੁਆਰਾ ਸਾਡਾ ਜਿਹੜਾ ਮਨ ਹੈ ਉਹ ਟਿਕਾਵ ਦੇ ਵਿੱਚ ਆ ਜਾਵੇਗਾ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਾਰੇ ਸਾਧਨ ਦਿੱਤੇ ਹਨ, ਸਾਰੀ ਸਾਡੇ 'ਤੇ ਕਿਰਪਾ ਕੀਤੀ ਹੋਈ। ਅਗਰ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ ਦੇ ਅਨੁਸਾਰ ਆਪਣੇ ਜੀਵਨ ਦੇ ਵਿੱਚ ਚੱਲਾਂਗੇ ਤਾਂ ਸੁਭਾਵਿਕ ਹੈ ਭਾਈ ਸਾਡਾ ਜਿਹੜਾ ਮਨ ਹੈ ਉਹ ਟਿਕਾਵ ਦੇ ਵਿੱਚ ਆ ਜਾਵੇਗਾ। ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠਦੇ ਹਾਂ ਤਾਂ ਜਿਹੜੀਆਂ ਸਾਡੀਆਂ ਲੱਤਾਂ ਹਨ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਲੱਗ ਜਾਂਦੀਆਂ। ਜਦੋਂ ਆਪਾਂ ਆਪਣੇ ਹੱਥਾਂ ਦੇ ਨਾਲ ਗੁਟਕਾ ਸਾਹਿਬ ਫੜਦੇ ਹਾਂ, ਜਿਹੜੇ ਸਾਡੇ ਹੱਥ ਹਨ ਉਹ ਗੁਰੂ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਹਨ। ਜਦੋਂ ਆਪਾਂ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਸ਼ਬਦਾਂ ਨੂੰ ਦੇਖਦੇ ਹਾਂ, ਉਹਨਾਂ ਸ਼ਬਦਾਂ ਦੇ ਦਰਸ਼ਨ ਕਰਦੇ ਹਾਂ ਤਾਂ ਸਾਡੀਆਂ ਜਿਹੜੀਆਂ ਅੱਖਾਂ ਹਨ ਗੁਰੂ ਦੀ ਸੇਵਾ ਦੇ ਵਿੱਚ ਲੱਗ ਜਾਂਦੀਆਂ। ਫਿਰ ਜਦੋਂ ਆਪਾਂ ਉਸ ਬਾਣੀ ਨੂੰ ਆਪਣੀ ਰਸਨਾ ਦੇ ਦੁਆਰਾ ਨਿਤਨੇਮ ਨੂੰ ਪੜ੍ਹਦੇ ਹਾਂ ਤਾਂ ਸਾਡੀ ਜਿਹੜੀ ਰਸਨਾ ਹੈ ਉਹ ਵੀ ਗੁਰੂ ਦੀ ਸੇਵਾ ਦੇ ਵਿੱਚ ਲੱਗ ਜਾਂਦੀ ਹੈ। ਇੰਨਾ ਉੱਚੀ ਉਸ ਨਿਤਨੇਮ ਨੂੰ ਆਪਾਂ ਪੜ੍ਹਨਾ ਹੈ ਕਿ ਜਿਹੜਾ ਸਾਨੂੰ ਆਪਣੇ ਆਪ ਨੂੰ ਘੱਟ ਤੋਂ ਘੱਟ ਸੁਣਾਈ ਦੇਵੇ। ਜਦੋਂ ਕਹਿੰਦੇ ਅਸੀਂ ਉਹਨਾਂ ਸ਼ਬਦਾਂ ਨੂੰ ਸੁਣਦੇ ਹਾਂ ਤਾਂ ਸਾਡੇ ਜਿਹੜੇ ਕੰਨ ਹਨ ਉਹ ਵੀ ਸੇਵਾ ਦੇ ਵਿੱਚ ਲੱਗ ਜਾਂਦੇ। ਸੰਸਾਰ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਵਿਚਾਰ ਕਰਕੇ ਦੇਖਿਓ ਕਿ ਜਿਹੜਾ ਸਾਡਾ ਮਨ ਬਾਹਰ ਨੂੰ ਦੌੜਦਾ ਹੈ, ਸਭ ਤੋਂ ਜ਼ਿਆਦਾ ਬਾਹਰ ਨੂੰ ਦੌੜਨ ਦਾ ਇਹਦਾ ਮਾਰਗ ਹੈ ਸਾਡੀਆਂ ਅੱਖਾਂ ਜਾਂ ਸਾਡੇ ਕੰਨ। ਅਸੀਂ 2 ਕਿਲੋਮੀਟਰ ਤੋਂ 4 ਕਿਲੋਮੀਟਰ ਤੋਂ ਕੋਈ ਵਿਅਕਤੀ ਕੋਈ ਵਸਤੂ ਆਉਂਦੀ ਦੇਖਦੇ ਹਾਂ, ਫਟ ਸਾਡਾ ਧਿਆਨ ਉੱਥੇ ਚਲਿਆ ਜਾਂਦਾ ਹੈ ਕਿ ਫਲਾਨਾ ਵਿਅਕਤੀ ਆ ਰਿਹਾ, ਫਲਾਨੀ ਵਸਤੂ ਆ ਰਹੀ, ਫਲਾਨੀ ਗੱਡੀ ਆ ਰਹੀ ਹੈ, ਫਲਾਨੀ ਚੀਜ਼ ਆ ਰਹੀ ਹੈ। ਅਰਥਾਤ 1 ਸਕਿੰਟ ਦੇ ਵਿੱਚ ਸਾਡੀਆਂ ਅੱਖਾਂ ਸਾਨੂੰ ਉੱਥੇ ਲੈ ਜਾਂਦੀਆਂ।
दूसरा साडे मन का बाहर नूं दौड़न का सब तो जिहड़ा तेज साधन है वह है साडे कंन। 5 किलोमीटर से भी कोई आवाज़ होती है उस समय सानू पता लग जाता है कि फलानी जगह आवाज़ हुई है, अर्थात वो जिहड़े साडे कंन हन वो साडे मन नूं खिच करके उत्थे लै जांदे। ये जिहड़ियां 2 इंद्रियां हन, ये 2 इंद्रियां सब तो ज़्यादा साडे मन नूं डिस्टर्ब करदियां हन। अते जदों असीं अमृत वेले उठ करके नितनेम करते हाँ, रसना के द्वारा वो बाणी पढ़ते हाँ, ਕੰਨਾਂ ਦੇ ਦੁਆਰਾ ਉਸ ਬਾਣੀ ਨੂੰ ਸੁਣਦੇ ਹਾਂ, ਅੱਖਾਂ ਦੇ ਦੁਆਰਾ ਉਹਨਾਂ ਸ਼ਬਦਾਂ ਨੂੰ ਦੇਖਦੇ ਹਾਂ, ਤਾਂ ਜਿਹੜੀਆਂ ਸਾਡੀਆਂ ਅੱਖਾਂ ਬਾਹਰ ਨੂੰ ਦੌੜਦੀਆਂ ਹਨ ਉਹ ਹੌਲੀ ਹੌਲੀ ਅੰਤਰਮੁਖੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਤੇ ਜਿਹੜੇ ਸਾਡੇ ਕੰਨ ਬਾਹਰ ਨੂੰ ਦੌੜਦੇ ਹਨ ਉਹ ਹੌਲੀ ਹੌਲੀ ਅੰਤਰਮੁਖੀ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਦੋਨਾਂ ਦੇ ਦੁਆਰਾ ਹੀ ਸਾਡਾ ਜਿਹੜਾ ਮਨ ਹੈ ਉਹ ਬਾਹਰ ਨੂੰ ਜ਼ਿਆਦਾ ਦੌੜਦਾ। ਜਦੋਂ ਅਸੀਂ ਇਸ ਪ੍ਰਕਾਰ ਦੇ ਨਾਲ ਅੰਮ੍ਰਿਤ ਵੇਲੇ ਰੋਜ਼ਾਨਾ ਅਭਿਆਸ ਕਰਾਂਗੇ, ਨਿਤਨੇਮ ਦਾ ਬਾਣੀ ਪੜ੍ਹਾਂਗੇ, ਤਾਂ ਸੁਭਾਵਿਕ ਹੈ ਕਿ ਭਾਈ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਯੋਗ ਸਾਧਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਸਾਡਾ ਜਿਹੜਾ ਮਨ ਹੈ ਉਹ ਹੌਲੀ ਹੌਲੀ ਆਪਣੇ ਆਪ ਟਿਕਾਵ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇ। ਕਿਉਂਕਿ ਅਸੀਂ ਆਪਣੇ ਜੀਵਨ ਦੇ ਵਿੱਚ ਕਾਹਲੇ ਪੈਂਦੇ ਹਾਂ ਕਿ ਫਟਾਫਟ ਸਾਨੂੰ ਕਿਸੇ ਵਸਤੂ ਦੀ ਪ੍ਰਾਪਤੀ ਹੋ ਜਾਵੇ। ਇਹ ਕਦੀ ਨਹੀਂ ਹੋ ਸਕਦਾ ਕਿ ਅੱਜ ਅਸੀਂ ਅੰਬ ਦਾ ਬੂਟਾ ਲਾਈਏ ਤੇ ਸ਼ਾਮ ਨੂੰ ਉਸ ਦੇ ਉੱਤੋਂ ਅੰਬ ਦੇ ਫਲ ਤੋੜ ਲਈਏ। ਉਸ ਬੂਟੇ ਨੂੰ ਲਗਾਉਂਦਿਆਂ ਸਮਾਂ ਲੱਗਦਾ ਹੈ, ਵੱਡਾ ਹੁੰਦਿਆਂ ਸਮਾਂ ਲੱਗਦਾ ਹੈ, ਫਲ ਲੱਗਣ ਨੂੰ ਸਮਾਂ ਲੱਗਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਨਿਤਨੇਮੀ ਬਣਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਅੰਮ੍ਰਿਤ ਵੇਲਾ ਸੰਭਾਲਾਂਗੇ, ਅੰਮ੍ਰਿਤ ਵੇਲੇ ਦੇ ਨਾਲ ਜੁੜਾਂਗੇ, ਨਿਤਨੇਮ ਦੇ ਨਾਲ ਜੁੜਾਂਗੇ, ਗੁਰੂ ਦੇ ਨਾਲ ਜੁੜਾਂਗੇ, ਗੁਰੂ ਦੀ ਬਾਣੀ ਰਸਨਾ ਦੇ ਦੁਆਰਾ ਪੜ੍ਹਾਂਗੇ, ਕੰਨਾਂ ਦੇ ਦੁਆਰਾ ਉਸ ਬਾਣੀ ਨੂੰ ਸ਼ਰਵਣ ਕਰਾਂਗੇ, ਤਾਂ ਸੁਭਾਵਿਕ ਹੈ ਭਾਈ ਜਿਹੜਾ ਸਾਡਾ ਮਨ ਦਿਨ ਰਾਤ ਸੰਸਾਰ ਵੱਲ ਦੌੜਦਾ ਹੈ ਉਹ ਸੰਸਾਰ ਵੱਲੋਂ ਰੁਕ ਕਰਕੇ ਆਪਣੇ ਆਪ ਪਰਮਾਤਮਾ ਵੱਲ ਲੱਗਣਾ ਸ਼ੁਰੂ ਹੋ ਜਾਵੇਗਾ। ਇਸ ਕਰਕੇ ਭਾਈ ਆਪਾਂ ਆਪਣੇ ਜੀਵਨ ਦੇ ਵਿੱਚ ਬਾਣੀ ਨੂੰ ਰਸਨਾ ਦੇ ਦੁਆਰਾ ਪੜ੍ਹੀਏ ਅਤੇ ਸ਼ਰਵਣਾਂ ਦੇ ਦੁਆਰਾ ਸ਼ਰਵਣ ਕਰੀਏ। ਫਿਰ ਜਦੋਂ ਉਸ ਪੜ੍ਹੀ ਹੋਈ ਬਾਣੀ ਨੂੰ, ਸ਼ਰਵਣ ਕੀਤੀ ਹੋਈ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਾਂਗੇ ਤਾਂ ਹੀ ਸਾਡਾ ਕਲਿਆਣ ਹੋਵੇਗਾ। ਸਤਿਗੁਰੂ ਜਦੋਂ ਆਪਾਂ ਆਨੰਦ ਸਾਹਿਬ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਇਹ ਰਸਨਾ ਕਿਸ ਵਾਸਤੇ ਮਿਲੀ, ਸਾਨੂੰ ਇਹ ਕੰਨ ਕਿਸ ਵਾਸਤੇ ਮਿਲੇ ਹਨ, ਸਾਨੂੰ ਇਹ ਨੇਤਰ ਕਿਸ ਵਾਸਤੇ ਮਿਲੇ ਹਨ ਅਤੇ ਇਹਨਾਂ ਇੰਦਰੀਆਂ ਦਾ ਅਸੀਂ ਪ੍ਰਯੋਗ ਕਿੱਥੇ ਕਰ ਰਹੇ ਹਾਂ। ਉਸ ਪਰਮਾਤਮਾ ਨੇ ਸਾਨੂੰ ਇਹ ਕਿਸ ਵਾਸਤੇ ਦਿੱਤੀਆਂ ਹੋਈਆਂ ਹਨ। ਇਸ ਕਰਕੇ ਭਾਈ ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ ਆਉਂਦਾ ਹੈ, ਕਹਿੰਦੇ ਇੱਕ ਕੋਈ ਵਪਾਰੀ ਸੀ, ਉਸ ਦੀ ਬਹੁਤ ਵੱਡੀ ਦੁਕਾਨ ਸੀ। ਉਹ ਵਪਾਰੀ ਦਾ ਨਿਯਮ ਸੀ ਕਿ ਰੋਜ਼ਾਨਾ ਉਸਦੇ ਦੁਕਾਨ ਦੇ ਲਾਗੇ ਸਤਸੰਗ ਹੁੰਦਾ ਸੀ, ਸਤਸੰਗ ਦੇ ਵਿੱਚ ਜਾਂਦਾ ਸੀ, ਆਪਣੇ ਬੇਟੇ ਨੂੰ ਦੁਕਾਨ 'ਤੇ ਬਿਠਾ ਜਾਂਦਾ ਸੀ। ਕਹਿੰਦੇ ਬੇਟਾ ਦੁਕਾਨ 'ਤੇ ਬੈਠਾ ਹੁੰਦਾ ਸੀ। ਇੱਕ ਦਿਨ ਇਹੋ ਜਿਹਾ ਸੰਯੋਗ ਹੋਇਆ ਕਿ ਕੋਈ ਦੂਸਰਾ ਵੱਡਾ ਵਪਾਰੀ ਆ ਗਿਆ। ਉਹ ਕਹਿੰਦਾ ਬੇਟਾ ਆਪਣੇ ਪਿਤਾ ਜੀ ਨੂੰ ਬੁਲਾ ਕੇ ਲਿਆ, ਮੈਂ ਉਹਨਾਂ ਦੇ ਨਾਲ ਕੋਈ ਵਿਚਾਰ ਕਰਨੀ ਹੈ, ਕੋਈ ਵਪਾਰ ਦੀ ਗੱਲਬਾਤ ਕਰਨੀ ਹੈ, ਮੈਨੂੰ ਜ਼ਰੂਰੀ ਹੈ। ਕਹਿੰਦੇ ਉਹ ਬੱਚਾ ਜਿੱਥੇ ਉਸਦਾ ਪਿਤਾ ਸਤਸੰਗ ਸੁਣਨ ਵਾਸਤੇ ਗਿਆ ਸੀ ਉੱਥੇ ਪਹੁੰਚ ਗਿਆ, ਆਪਣੇ ਪਿਤਾ ਨੂੰ ਬੁਲਾਉਣ ਗਿਆ ਸੀ, ਆਵਾਜ਼ ਦੇਣ ਗਿਆ ਸੀ। ਉੱਥੇ ਕਥਾ ਚੱਲ ਰਹੀ ਸੀ ਕਿ ਅਗਰ ਗਊ ਕਿਤੇ ਜਾ ਕਰਕੇ ਕੁਛ ਚਾਰਾ ਖਾਂਦੀ ਹੈ ਤਾਂ ਸਾਨੂੰ ਗਊ ਨੂੰ ਚਾਰਾ ਖਾਣ ਤੋਂ ਨਹੀਂ ਰੋਕਣਾ ਚਾਹੀਦਾ, ਕਿਉਂਕਿ ਉਸਦਾ ਸਾਨੂੰ ਪਾਪ ਲੱਗਦਾ ਹੈ। ਗਊ ਗਰੀਬ ਦੀ ਰਕਸ਼ਾ ਅਸੀਂ ਕਰਨੀ ਹੈ, ਇਸ ਵਾਸਤੇ ਗਊ ਨੂੰ ਚਾਰਾ ਦੇਣ ਦੀ ਸਾਡੀ ਜ਼ਿੰਮੇਵਾਰੀ ਹੈ। ਅਸੀਂ ਗਊ ਅਗਰ ਚਾਰਾ ਖਾਂਦੀ ਹੈ ਤਾਂ ਉਸ ਨੂੰ ਨਹੀਂ ਰੋਕਣਾ। ਕਹਿੰਦੇ ਆਪਣੇ ਪਿਤਾ ਨੂੰ ਮੈਸੇਜ ਦੇ ਕਰਕੇ ਵਾਪਸ ਆ ਗਿਆ। ਮਗਰੇ ਉਸਦਾ ਪਿਤਾ ਆ ਗਿਆ। ਉਹਨੇ ਚਿਰਾਂ ਨੂੰ ਸੰਯੋਗਵਸ਼ ਕੀ ਹੁੰਦਾ ਹੈ ਕਿ ਉਹਨਾਂ ਦੀ ਦੁਕਾਨ ਦੇ ਉੱਤੇ ਇੱਕ ਗਊ ਆ ਜਾਂਦੀ ਹੈ, ਜੋ ਉਹਨਾਂ ਦੀ ਦੁਕਾਨ ਦੇ ਉੱਤੇ ਖਲ ਪਈ ਸੀ ਉਸ ਨੂੰ ਖਾਣ ਲੱਗ ਜਾਂਦੀ। ਬੱਚਾ ਕੁਛ ਨਹੀਂ ਕਹਿੰਦਾ, ਕਿਉਂਕਿ ਕਥਾ ਦੇ ਵਿੱਚ ਸੁਣ ਕਰਕੇ ਆਇਆ ਸੀ ਕਿ ਗਊ ਨੂੰ ਕੁਛ ਖਾਂਦੀ ਹੋਵੇ ਉਸ ਨੂੰ ਟੋਕਣਾ ਨਹੀਂ, ਰੋਕਣਾ ਨਹੀਂ, ਕਿਉਂਕਿ ਗਊ ਗਰੀਬ ਦੀ ਰਕਸ਼ਾ ਕਰਨਾ ਸਾਡਾ ਫਰਜ਼ ਹੈ। ਕਹਿੰਦੇ ਉਹ ਬੱਚਾ ਆਪਣਾ ਦੂਸਰਾ ਕੰਮਕਾਰ ਕਰਨ ਲੱਗ ਪਿਆ। ਉਸਦਾ ਪਿਤਾ ਆ ਗਿਆ, ਉਸਨੇ ਆ ਕਰਕੇ ਦੇਖਿਆ ਕਿ ਗਊ ਖਲ ਖਾ ਰਹੀ। ਬੇਟੇ ਨੂੰ ਪੁੱਛਿਆ, ਕਹਿੰਦੇ ਬੇਟਾ ਇਸ ਨੂੰ ਤੂੰ ਕਿਉਂ ਨਹੀਂ ਹਟਾਇਆ? ਉਹ ਕਹਿੰਦਾ ਬੇਟਾ ਜੀ ਜਿੱਥੇ ਮੈਂ ਤੁਹਾਨੂੰ ਆਵਾਜ਼ ਦੇਣ ਵਾਸਤੇ ਗਿਆ ਸੀ ਉੱਥੇ ਹੀ ਪ੍ਰਸੰਗ ਚੱਲ ਰਿਹਾ ਸੀ ਕਿ ਗਊ ਅਗਰ ਕੋਈ ਚਾਰਾ ਖਾ ਰਹੀ ਹੈ ਤਾਂ ਉਸ ਨੂੰ ਹਟਾਉਣਾ ਨਹੀਂ। ਇਹ ਸਾਡਾ ਧਰਮ ਹੈ। ਜਦੋਂ ਅਸੀਂ ਆਪਣੇ ਧਰਮ ਨੂੰ ਪਾਲਾਂਗੇ, ਅਸੀਂ ਧਰਮ ਦੀ ਰਕਸ਼ਾ ਕਰਾਂਗੇ ਤਾਂ ਧਰਮ ਸਾਡੀ ਰਕਸ਼ਾ ਕਰੇ।
ਕਹਿੰਦੇ ਉਸ ਦੇ ਪਿਤਾ ਨੇ ਉਸ ਨੂੰ ਬਹੁਤ ਚੰਗਾ ਮਾੜਾ ਬੋਲਿਆ, ਫਿਰ ਵੀ ਉਸ ਬੱਚੇ ਨੇ ਗਊ ਨੂੰ ਨਹੀਂ ਹਟਾਇਆ। ਅਖੀਰ ਇੱਥੋਂ ਤੱਕ ਆਪਸ ਦੇ ਵਿੱਚ ਬੋਲਾ ਬੋਲੀ ਹੋ ਗਈ, ਗੁੱਸੇ ਨਾਰਾਜ਼ਗੀ ਹੋ ਗਈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਘਰ ਦੇ ਵਿੱਚੋਂ ਨਿਕਾਲ ਦਿੱਤਾ। ਕਹਿੰਦੇ ਉਹ ਜਿਹੜਾ ਪੁੱਤਰ ਸੀ ਉਹ ਚੱਲਿਆ ਜਾ ਰਿਹਾ ਸੀ, ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਕੀ ਹੁੰਦਾ ਹੈ ਕਿ ਉਸ ਨੂੰ ਇੱਕ ਜਗ੍ਹਾ ਤੇ ਸੱਪ ਦਿਖਾਈ ਦਿੰਦਾ ਹੈ ਜਿਸ ਨੇ ਆਪਣੇ ਮੂੰਹ ਦੇ ਵਿੱਚ ਡੱਡੂ ਫੜਿਆ ਹੁੰਦਾ ਹੈ। ਫਿਰ ਉਹ ਦੇਖਦਾ ਹੈ ਕਿ ਮੇਰਾ ਇਹ ਧਰਮ ਬਣਦਾ ਹੈ, ਇਸ ਦੀ ਜਾਨ ਖਤਰੇ ਦੇ ਵਿੱਚ ਹੈ। ਉਸ ਸੱਪ ਦੇ ਮੂੰਹ ਦੇ ਵਿੱਚੋਂ ਉਸ ਡੱਡੂ ਨੂੰ ਬਚਾ ਦਿੰਦਾ ਹੈ। ਜਿਹੜਾ ਸੱਪ ਸੀ ਉਹ ਇੱਛਾਧਾਰੀ ਸੀ, ਉਹ ਆਪਣੀ ਇੱਛਾ ਪ੍ਰਗਟ ਕਰਦਾ ਕਿ ਮੈਨੂੰ ਭੁੱਖ ਲੱਗੀ ਹੋਈ ਹੈ ਭਾਈ, ਮੈਨੂੰ ਕੁਛ ਨਾ ਕੁਛ ਖਾਣ ਨੂੰ ਦੇ। ਕਹਿੰਦੇ ਉਹ ਵਿਅਕਤੀ ਆਪਣੇ ਪੱਟ ਦੇ ਵਿੱਚੋਂ ਮਾਸ ਕੱਢ ਕਰਕੇ ਉਸ ਸੱਪ ਨੂੰ ਦੇ ਦਿੰਦਾ ਹੈ ਅਤੇ ਆਪਣੇ ਪੱਟ ਤੇ ਪੱਟੀ ਬੰਨ੍ਹ ਕੇ ਫਿਰ ਅੱਗੇ ਚੱਲ ਪੈਂਦਾ ਹੈ। ਅੱਗੇ ਜਾਂਦਿਆਂ ਜਾਂਦਿਆਂ ਕਹਿੰਦੇ ਕੀ ਹੁੰਦਾ ਹੈ ਕਿ ਇੱਕ ਬਿਰਧ ਮਾਈ ਉਸ ਨੂੰ ਦਿਖਾਈ ਦਿੰਦੀ ਹੈ। ਉਸਨੇ ਆਪਣੇ ਸਿਰ ਦੇ ਉੱਤੇ ਇੱਕ ਪੋਟਲੀ ਚੁੱਕੀ ਹੋਈ ਹੈ, ਜਾ ਰਹੀ ਹੈ। ਉਸ ਨੂੰ ਆਵਾਜ਼ ਲਗਾਉਂਦੀ ਹੈ, ਕਹਿੰਦੀ ਬੇਟਾ ਤੂੰ ਮੇਰਾ ਧਰਮ ਦਾ ਪੁੱਤਰ ਬਣ ਜਾ, ਮੇਰਾ ਕੋਈ ਪੁੱਤਰ ਨਹੀਂ, ਮੇਰੀ ਇਹ ਪੋਟਲੀ ਉਠਾ ਲਾ। ਕਹਿੰਦੇ ਉਸਨੇ ਸੋਚਿਆ ਕਿ ਇਹ ਮਾਤਾ ਬੇਸਹਾਰਾ ਹੈ, ਇਸ ਦਾ ਸਹਾਰਾ ਬਣਨਾ ਚਾਹੀਦਾ ਹੈ। ਕਹਿੰਦੇ ਉਸਨੇ ਉਸਦੀ ਜਿਹੜੀ ਪੋਟਲੀ ਸੀ ਉਹ ਉਠਾ ਲਈ, ਉਸ ਮਾਤਾ ਦੇ ਨਾਲ ਨਾਲ ਚੱਲਣ ਲੱਗ ਪਿਆ। ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਕਹਿੰਦੇ ਇੱਕ ਘੋੜਾ ਦਿਖਾਈ ਦਿੱਤਾ। ਉਹ ਮਾਤਾ ਕਹਿਣ ਲੱਗੀ ਮੈਂ ਤੈਨੂੰ ਕੁਛ ਧਨ ਦਿੰਦੀ ਹਾਂ, ਇਹ ਘੋੜਾ ਖਰੀਦ ਲੈ, ਆਪਾਂ ਇਸ ਘੋੜੇ ਦੇ ਉੱਤੇ ਬੈਠ ਕਰਕੇ ਦੋਨੋਂ ਜਾਣੇ ਆਰਾਮ ਦੇ ਨਾਲ ਜਾ ਸਕਾਂਗੇ। ਕਹਿੰਦੇ ਉਸ ਵਿਅਕਤੀ ਨੇ, ਮਾਤਾ ਨੇ ਮਾਇਆ ਦਿੱਤੀ, ਘੋੜਾ ਖਰੀਦ ਲਿਆ, ਦੋਨੋਂ ਘੋੜੇ ਦੇ ਉੱਤੇ ਬੈਠ ਕਰਕੇ ਜਾ ਰਹੇ। ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਇੱਕ ਛੋਟਾ ਬੱਚਾ ਰੋ ਰਿਹਾ ਹੈ। ਜਦੋਂ ਉਸਦੇ ਰੋਣ ਦੀ ਆਵਾਜ਼ ਆਈ ਤਾਂ ਉਹ ਮਾਤਾ ਕਹਿੰਦੀ ਉਸ ਵਿਅਕਤੀ ਨੂੰ ਕਿ ਬੇਟਾ ਤੂੰ ਇੱਦਾਂ ਕਰ, ਇਸ ਬੱਚੇ ਨੂੰ ਆਪਣਾ ਧਰਮ ਦਾ ਭਰਾ ਬਣਾ ਲਾ, ਇਸ ਨੂੰ ਵੀ ਆਪਾਂ ਨਾਲ ਲੈ ਚੱਲੀਏ। ਕਹਿੰਦੀ ਉਸਨੇ ਉਸ ਬੱਚੇ ਨੂੰ ਵੀ ਨਾਲ ਬਹਾ ਲਿਆ। ਤਿੰਨੇ ਜਾ ਕਰਕੇ ਕਿਸੇ ਰਾਜੇ ਦੀ ਰਾਜਧਾਨੀ ਦੇ ਵਿੱਚ ਰਹਿਣ ਲੱਗ ਪਏ। ਉਸ ਮਾਤਾ ਨੇ ਆਪਣੀ ਥੈਲੀ ਦੇ ਵਿੱਚੋਂ ਉਹਨਾਂ ਬੱਚਿਆਂ ਨੂੰ ਕੀਮਤੀ ਲਾਲ ਕੱਢ ਕੇ ਦਿੱਤੇ ਕਿ ਤੁਸੀਂ ਇਹਨਾਂ ਕੀਮਤੀ ਲਾਲਾਂ ਦਾ ਜਿਹੜਾ ਹੈ ਉਹ ਵਪਾਰ ਕਰੋ। ਕਹਿੰਦੇ ਉਹ ਵਪਾਰ ਕਰਨ ਲੱਗ ਪਏ। ਰਾਜੇ ਦੇ ਨਾਲ ਹੌਲੀ ਹੌਲੀ ਜਾਣ ਪਹਿਚਾਣ ਹੋ ਗਈ, ਜੋਰੀਆਂ ਦੇ ਨਾਲ ਜਾਣ ਪਹਿਚਾਣ ਹੋ ਗਈ। ਆਪਣਾ ਸੋਹਣਾ ਮਕਾਨ ਬਣਾ ਲਿਆ, ਆਪਣੇ ਮਕਾਨ ਦੇ ਵਿੱਚ ਆਰਾਮ ਦੇ ਨਾਲ ਰਹਿਣ ਲੱਗ ਪਏ। ਕੁਝ ਸਮਾਂ ਬੀਤਦਾ ਗਿਆ। ਇੱਕ ਦਿਨ ਰਾਜੇ ਨੂੰ ਆਪਣੇ ਭੋਜਨ ਦੇ ਉੱਤੇ ਉਹਨਾਂ ਨੇ ਬੁਲਾਇਆ। ਜਦੋਂ ਰਾਜਾ ਭੋਜਨ ਤੇ ਆਇਆ ਤਾਂ ਲਾਗੇ ਇੱਕ ਨਦੀ ਵਗ ਰਹੀ ਸੀ। ਉਸ ਨਦੀ ਦੇ ਉੱਤੇ ਘੁੰਮਣ ਫਿਰਨ ਵਾਸਤੇ, ਸੈਰ ਕਰਨ ਵਾਸਤੇ ਗਏ। ਕਹਿੰਦੇ ਉੱਥੇ ਸੈਰ ਕਰਨ ਗਿਆ ਤੋਂ ਰਾਜੇ ਦੇ ਕੋਲੋਂ ਉਸਦੀ ਜਿਹੜੀ ਮੁੰਦਰੀ ਸੀ ਉਸ ਨਦੀ ਦੇ ਵਿੱਚ ਡਿੱਗ ਪਈ। ਜਿਹੜੀ ਉਹ ਮੁੰਦਰੀ ਸੀ ਉਸ ਦੇ ਵਿੱਚ ਬਹੁਤ ਜ਼ਿਆਦਾ ਕੀਮਤੀ ਪੱਥਰ ਲੱਗਾ ਹੋਇਆ ਸੀ। ਉਹ ਰਾਜਾ ਬਹੁਤ ਪਰੇਸ਼ਾਨ ਹੋ ਗਿਆ। ਕਹਿੰਦਾ ਮੇਰੀ ਇਹ ਜਿਹੜੀ ਮੁੰਦਰੀ ਹੈ ਬਹੁਤ ਕੀਮਤੀ ਹੈ, ਅਗਰ ਕੋਈ ਮੈਨੂੰ ਇਹ ਮੁੰਦਰੀ ਕੱਢ ਕੇ ਦੇ ਦੇਵੇ ਤਾਂ ਮੈਂ ਆਪਣੀ ਬੇਟੀ ਦਾ ਉਸ ਨੂੰ ਰਿਸ਼ਤਾ ਕਰ ਦੇਵਾਂਗਾ। ਕਹਿੰਦੇ ਉਸੇ ਸਮੇਂ ਜਿਹੜਾ ਉਹਨਾਂ ਨੇ ਨਾਲ ਛੋਟਾ ਬੱਚਾ ਖੜਿਆ ਸੀ, ਉਸਦਾ ਛੋਟਾ ਧਰਮ ਦਾ ਭਰਾ ਸੀ, ਉਹ ਕਹਿਣ ਲੱਗਾ ਕਿ ਮੇਰੀ ਇਹ ਸ਼ਰਤ ਹੈ, ਅਗਰ ਤੁਸੀਂ ਮੇਰੇ ਵੱਡੇ ਭਰਾ ਦੇ ਨਾਲ ਆਪਣੀ ਬੇਟੀ ਦਾ ਰਿਸ਼ਤਾ ਕਰਦੇ ਹੋ ਤਾਂ ਇਹ ਮੁੰਦਰੀ ਮੈਂ ਤੁਹਾਨੂੰ ਕੱਢ ਕੇ ਲਿਆ ਦੇਵਾਂ। ਕਿਉਂਕਿ ਉਹ ਮੇਂਢਕ ਸੀ। ਕਹਿੰਦੇ ਉਸਨੇ ਉਸੇ ਸਮੇਂ ਛਾਲ ਮਾਰੀ, ਜਾ ਕਰਕੇ ਉਹ ਮੁੰਦਰੀ ਕੱਢੀ, ਰਾਜੇ ਨੂੰ ਲਿਆ ਦਿੱਤੀ। ਰਾਜੇ ਨੂੰ ਜਦੋਂ ਉਹ ਮੁੰਦਰੀ ਮਿਲ ਗਈ, ਰਾਜਾ ਉਹ ਮੁੰਦਰੀ ਦੇਖ ਕਰਕੇ ਪ੍ਰਸੰਨ ਹੋ ਗਿਆ। ਉਸ ਵਿਅਕਤੀ ਦੇ ਨਾਲ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ, ਉਸ ਦੇ ਨਾਲ ਵਿਆਹ ਹੋ ਗਿਆ, ਸ਼ਾਦੀ ਹੋ ਗਈ। ਉਸ ਰਾਜੇ ਦਾ ਕੋਈ ਦੂਸਰਾ ਪੁੱਤਰ ਜਾਂ ਪੁੱਤਰੀ ਨਹੀਂ ਸੀ। ਇਸ ਵਾਸਤੇ ਉਸ ਰਾਜੇ ਨੂੰ, ਉਸ ਵਿਅਕਤੀ ਨੂੰ ਰਾਜੇ ਨੇ ਰਾਜ ਭਾਗ ਦੇ ਦਿੱਤਾ, ਅਰਥਾਤ ਆਪਣੀ ਜਗ੍ਹਾ ਰਾਜਾ ਬਣਾ ਦਿੱਤਾ। ਜਦੋਂ ਆਪਣੀ ਜਗ੍ਹਾ ਉਸ ਨੂੰ ਰਾਜਾ ਬਣਾਇਆ ਤਾਂ ਕਹਿੰਦੇ ਉਹ ਜਿਹੜਾ ਛੋਟਾ ਭਰਾ ਸੀ ਉਸਨੇ ਛੁੱਟੀ ਮੰਗ ਲਈ। ਕਹਿੰਦਾ ਭਾਈ ਮੈਂ ਉਹ ਮੇਂਢਕ ਹਾਂ ਜਿਸ ਨੂੰ ਤੂੰ ਮੌਤ ਦੇ ਵਿੱਚੋਂ ਬਚਾਇਆ ਸੀ। ਫਿਰ ਕਹਿੰਦੇ ਅੱਗੇ ਜਾ ਕਰਕੇ ਉਸ ਮਾਈ ਨੇ ਮਾਫੀ ਮੰਗ ਲਈ, ਕਹਿਣ ਲੱਗੀ ਕਿ ਮੈਂ ਭਾਈ ਉਹ ਗਊ ਹਾਂ ਜਿਸ ਗਊ ਨੂੰ ਤੂੰ ਚਾਰਾ ਖਾਣ ਤੋਂ ਨਹੀਂ ਰੋਕਿਆ ਸੀ, ਮੈਂ ਤੇਰਾ ਕਰਜ਼ ਉਤਾਰਨ ਵਾਸਤੇ ਆਈ ਸੀ। ਫਿਰ ਉਹ ਜਿਹੜਾ ਘੋੜਾ ਸੀ ਉਸ ਘੋੜੇ ਨੇ ਦੱਸਿਆ ਕਿ ਭਾਈ ਮੈਂ ਉਹ ਸਰਪ ਹਾਂ ਜਿਸ ਨੂੰ ਤੂੰ ਆਪਣਾ ਮਾਸ ਕੱਢ ਕਰਕੇ ਦਿੱਤਾ ਸੀ। ਇਸ ਕਰਕੇ ਕਹਿੰਦੇ ਉਹਨਾਂ ਸਾਰਿਆਂ ਵਿਅਕਤੀਆਂ ਨੇ ਉਸ ਵਿਅਕਤੀ ਨੂੰ ਉਸ ਦੇਸ਼ ਦਾ ਰਾਜਾ ਬਣਾ ਦਿੱਤਾ। ਉਹ ਆਰਾਮ ਦੇ ਨਾਲ ਆਪਣਾ ਰਾਜ ਭਾਗ ਕਰਦਾ ਹੈ, ਆਪਣੇ ਮਾਤਾ ਪਿਤਾ ਨੂੰ ਆਪਣੇ ਕੋਲ ਲੈ ਆਇਆ। ਪਰ ਇੱਥੋਂ ਤੱਕ ਉਹ ਕਦੋਂ ਪਹੁੰਚਿਆ? ਜਦੋਂ ਉਸਨੇ ਜੋ ਕਥਾ ਦੇ ਵਿੱਚ ਸ਼ਰਵਣ ਕੀਤਾ ਸੀ ਉਸ ਨੂੰ ਆਪਣੇ ਜੀਵਨ ਦੇ ਵਿੱਚ ਮਨਨ ਕੀਤਾ, ਉਸ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਿਆ।
ਅੱਜ ਅਸੀਂ ਸਾਰੇ ਹੀ ਅਨੇਕ ਜਗ੍ਹਾ ਤੇ ਕਥਾ ਸ਼ਰਵਣ ਕਰਦੇ ਹਾਂ, ਪ੍ਰਵਚਨ ਸ਼ਰਵਣ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਪਰ ਸਾਡੇ ਜੀਵਨ ਦੇ ਵਿੱਚ ਇਹ ਘਟਨਾ ਕਿਉਂ ਨਹੀਂ ਘਟਦੀ? ਕਿਉਂਕਿ ਜਿਸ ਤਰ੍ਹਾਂ ਉਸ ਵਿਅਕਤੀ ਨੇ ਰਾਜ ਭਾਗ ਪ੍ਰਾਪਤ ਕਰ ਲਿਆ, ਇਸੇ ਤਰ੍ਹਾਂ ਅਸੀਂ ਵੀ ਉਹ ਰਾਜ ਭਾਗ ਪ੍ਰਾਪਤ ਕਰ ਸਕਦੇ ਹਾਂ ਜੋ ਸੰਸਾਰ ਦੇ ਵਿੱਚ ਭਟਕ ਰਹੇ ਹਾਂ। ਸੰਸਾਰ ਦੀ ਭਟਕਣਾ ਤੋਂ ਬਚ ਕਰਕੇ ਉਸ ਪਰਮ ਪਿਤਾ ਪਰਮਾਤਮਾ ਰੂਪੀ ਰਾਜੇ ਨੂੰ ਪ੍ਰਾਪਤ ਹੋ ਸਕਦੇ ਹਾਂ। ਪਰ ਕਦੋਂ ਪ੍ਰਾਪਤ ਹੋਵਾਂਗੇ? ਜਦੋਂ ਭਾਈ ਆਪਾਂ ਆਪਣੇ ਜੀਵਨ ਦੇ ਵਿੱਚ ਇਸ ਬਾਣੀ ਨੂੰ ਉਤਾਰਾਂਗੇ, ਬਾਣੀ ਨੂੰ ਮਨਨ ਕਰਾਂਗੇ। ਜਿੰਨਾ ਚਿਰ ਤੱਕ ਅਸੀਂ ਆਪਣੇ ਜੀਵਨ ਦੇ ਵਿੱਚ ਬਾਣੀ ਨੂੰ ਪੜ੍ਹਦੇ ਨਹੀਂ, ਬਾਣੀ ਨੂੰ ਸੁਣਦੇ ਨਹੀਂ, ਸੁਣੀ ਹੋਈ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਉਤਾਰਦੇ, ਉਹਨਾਂ ਚਿਰ ਤੱਕ ਅਸੀਂ ਉਸ ਵਿਅਕਤੀ ਦੇ ਤਰ੍ਹਾਂ ਮਰਾਤਬੇ ਤੇ ਆਪਣੇ ਲਕਸ਼ ਤੇ ਨਹੀਂ ਪਹੁੰਚ ਸਕਦੇ। ਇਸੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ 4 ਪੌੜੀਆਂ ਸ਼ਰਵਣ ਦੀਆਂ ਕਥਨ ਕੀਤੀਆਂ ਹਨ, 4 ਪੌੜੀਆਂ ਫਿਰ ਮਨਨ ਦੀਆਂ ਕਥਨ ਕੀਤੀਆਂ ਹਨ ਅਤੇ 1 ਪੌੜੀ ਨਿਧਿਧਿਆਸਨ ਦੀ ਕਥਨ ਕੀਤੀ। ਜਿਸ ਤਰ੍ਹਾਂ ਉਸ ਵਿਅਕਤੀ ਨੇ ਸਭ ਤੋਂ ਪਹਿਲਾਂ ਉਹ ਕਥਾ ਸੁਣੀ, ਫਿਰ ਉਸ ਕਥਾ ਨੂੰ ਆਪਣੇ ਜੀਵਨ ਦੇ ਵਿੱਚ ਮਨਨ ਕੀਤਾ, ਅਰਥਾਤ ਪ੍ਰੈਕਟੀਕਲ ਕੀਤਾ, ਗਊ ਨੂੰ ਉਸ ਤੋਂ ਨਹੀਂ ਰੋਕਿਆ, ਅਤੇ ਫਿਰ ਉਸ ਦਾ ਆਪਣੇ ਜੀਵਨ ਦੇ ਵਿੱਚ ਨਿਧਿਧਿਆਸਨ ਕੀਤਾ, ਅਰਥਾਤ ਉਸ ਕਥਾ ਨੂੰ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕੀਤਾ, ਤਾਂ ਹੀ ਉਸ ਨੂੰ ਸੰਸਾਰ ਦੇ ਸਾਰੇ ਸੁੱਖ ਪ੍ਰਾਪਤ ਹੋਏ। ਇਸੇ ਤਰ੍ਹਾਂ ਹੀ ਭਾਈ ਜਿਹੜਾ ਸਾਰੇ ਸੁੱਖਾਂ ਦਾ ਖਾਨ ਹੈ, ਜਿਹੜੇ ਸਾਰੇ ਸੁੱਖਾਂ ਦਾ ਘਰ ਹੈ, ਜਿੱਥੇ ਜਾ ਕਰ ਕੇ ਸਾਨੂੰ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ, ਜਿਸ ਪਰਮਾਤਮਾ ਨੂੰ ਪ੍ਰਾਪਤ ਕਰਨ ਤੋਂ ਬਾਅਦ ਅਸੀਂ ਸਦਾ ਵਾਸਤੇ ਸੁਖੀ ਹੋ ਜਾਂਦੇ ਹਾਂ, ਉਸ ਸੁੱਖ ਦੀ ਸਾਨੂੰ ਤਾਂ ਹੀ ਪ੍ਰਾਪਤੀ ਹੋਵੇਗੀ ਕਿ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਬਾਣੀ ਨੂੰ ਉਤਾਰਾਂਗੇ। ਇਸ ਵਾਸਤੇ ਆਪਾਂ ਆਪਣੇ ਜੀਵਨ ਦੇ ਵਿੱਚ ਭਾਈ ਉਸ ਪਰਮਾਤਮਾ ਦੇ ਨਾਲ ਪ੍ਰੇਮ ਕਰੀਏ, ਪਿਆਰ ਕਰੀਏ, ਉਸ ਪਰਮਾਤਮਾ ਦੀ ਜਿਹੜੀ ਬਾਣੀ ਹੈ ਉਸ ਨੂੰ ਪੜ੍ਹਨਾ ਸ਼ੁਰੂ ਕਰੀਏ। ਜਿਵੇਂ ਜਿਵੇਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੀ ਬਾਣੀ ਨੂੰ ਪੜ੍ਹਾਂਗੇ, ਉਸ ਬਾਣੀ ਨੂੰ ਸ਼ਰਵਣ ਕਰਾਂਗੇ, ਫਿਰ ਉਸ ਬਾਣੀ ਨੂੰ ਮਨਨ ਕਰਾਂਗੇ, ਨਿਧਿਧਿਆਸਨ ਕਰਾਂਗੇ, ਤਾਂ ਹੀ ਸਾਡਾ ਕਲਿਆਣ ਹੋਵੇ। ਦੂਸਰੇ ਪਾਸੇ ਜਿਹੜਾ ਦੂਸਰਾ ਰਸਤਾ ਹੈ ਉਹ ਭਗਤੀ ਦਾ ਮਾਰਗ ਹੈ। ਭਗਤੀ ਦੇ ਵਿੱਚ 9 ਪ੍ਰਕਾਰ ਦੀ ਭਗਤੀ ਹੈ, ਜਿਸ ਦੇ ਵਿੱਚੋਂ ਇੱਕ ਸ਼ਰਵਣ ਭਗਤੀ, ਅਰਥਾਤ ਪਰਮਾਤਮਾ ਦੀ ਮਹਿਮਾ ਸ਼ਰਵਣ ਕਰਨੀ, ਜਿਸ ਦੇ ਬਾਰੇ ਆਪਾਂ ਜਪਜੀ ਸਾਹਿਬ ਜਦੋਂ ਪੜ੍ਹਦੇ ਹਾਂ ਉਹਨਾਂ 4 ਪੌੜੀਆਂ 'ਚੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਉਸ ਪਰਮਾਤਮਾ ਦੇ ਨਾਮ ਦੀ ਮਹਿਮਾ ਸ਼ਰਵਣ ਕੀਤੀ ਹੈ, ਉਹਨਾਂ ਨੂੰ ਕੀ ਕੀ ਪ੍ਰਾਪਤ ਹੋਇਆ। ਸਤਿਗੁਰੂ ਪਾਤਸ਼ਾਹ ਜੀ ਨੇ ਉਹ ਸਭ ਕੁਝ ਗਿਣਾਇਆ ਹੈ ਅਤੇ ਅਖੀਰ ਦੇ ਉੱਤੇ ਕਿਰਪਾ ਕੀਤੀ ਹੈ, ਸੁਣਿਆ ਦੁੱਖ ਪਾਪ ਕਾ ਨਾਸ। ਕਹਿੰਦੇ ਉਸ ਪਰਮਾਤਮਾ ਦੀ ਮਹਿਮਾ ਸੁਣਨ ਦੇ ਨਾਲ, ਸ਼ਰਵਣ ਭਗਤੀ ਕਰਨ ਦੇ ਨਾਲ ਜਿਹੜੇ ਸਾਡੇ ਦੁੱਖ ਹਨ ਅਤੇ ਜਿਹੜੇ ਸਾਡੇ ਪਾਪ ਹਨ ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਦੁੱਖਾਂ ਦਾ, ਪਾਪਾਂ ਦਾ ਨਾਸ਼ ਕਰਨਾ ਚਾਹੁੰਦੇ ਹਾਂ ਤਾਂ ਭਾਈ ਸਾਨੂੰ ਸ਼ਰਵਣ ਭਗਤੀ ਕਰਨੀ ਪਵੇਗੀ, ਉਸ ਪਰਮਾਤਮਾ ਦੀ ਮਹਿਮਾ ਸੁਣਨੀ ਪਵੇਗੀ। ਜਿਵੇਂ ਜਿਵੇਂ ਅਸੀਂ ਉਸ ਪਰਮਾਤਮਾ ਦੀ ਮਹਿਮਾ ਸੁਣਾਂਗੇ, ਸ਼ਰਵਣ ਕਰਾਂਗੇ, ਤਾਂ ਸੁਭਾਵਿਕ ਹੈ ਸਾਡੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਵੀ ਨਾਸ਼ ਹੋਵੇਗਾ ਅਤੇ ਪਾਪਾਂ ਦਾ ਵੀ ਨਾਸ਼ ਹੋਵੇ। ਸੁਣਿਆ ਦੁੱਖ ਪਾਪ ਕਾ ਨਾਸ, ਅਰਥਾਤ ਤਾਂ ਹੀ ਸੁਣਨ ਦੇ ਨਾਲ ਸਾਡੇ ਅੰਦਰੋਂ ਦੁੱਖ ਖਤਮ ਹੋਣਗੇ, ਪਾਪ ਖਤਮ ਹੋਣਗੇ। ਇਸ ਵਾਸਤੇ ਭਾਈ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਉਸ ਨੂੰ ਆਪਣੇ ਜੀਵਨ ਦੇ ਵਿੱਚ ਪੜ੍ਹੀਏ, ਰਸਨਾ ਦੇ ਦੁਆਰਾ ਅਤੇ ਸ਼ਰਵਣਾਂ ਦੇ ਦੁਆਰਾ ਸੁਣੀਏ। ਅੱਗੇ ਸਤਿਗੁਰੂ ਪਾਤਸ਼ਾਹ ਜੀ ਰਹਾਓ ਅਰਥਾਤ ਵਿਸਰਾਮ ਦੇ ਕਰਕੇ, ਟਿਕਾਓ ਦੇ ਕਰਕੇ ਫਿਰ ਅੱਗੇ ਕੀ ਕਿਰਪਾ ਕਰਦੇ ਹਨ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪਨੀਤ। ਕਹਿੰਦੇ ਅਗਰ ਇਹ ਤੂੰ ਉੱਪਰ ਦੱਸੇ ਸਾਧਨ ਕਰਨਾ ਚਾਹੁੰਦਾ ਹੈ, ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਪ੍ਰੀਤ ਕਰਨੀ ਚਾਹੁੰਦਾ ਹੈ, ਰਸਨਾ ਦੇ ਦੁਆਰਾ ਪਰਮਾਤਮਾ ਦਾ ਨਾਮ ਜਪਣਾ ਚਾਹੁੰਦਾ ਹੈ, ਆਪਣੇ ਕੰਨਾਂ ਦੇ ਦੁਆਰਾ ਪਰਮਾਤਮਾ ਦੀ ਮਹਿਮਾ ਸੁਣਨੀ ਚਾਹੁੰਦਾ ਹੈ, ਤਾਂ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਜਾ ਕਰਕੇ ਸੰਗ ਕਰ, ਜਿਹੜੇ ਗੁਰਮੁਖ ਪਿਆਰੇ ਹਰ ਸਮੇਂ ਉਸ ਪਰਮਾਤਮਾ ਦੀ ਮਹਿਮਾ ਗਾਇਨ ਕਰਦੇ ਹਨ, ਉਸ ਪਰਮਾਤਮਾ ਦੀ ਮਹਿਮਾ ਸ਼ਰਵਣ ਕਰਦੇ ਹਨ ਅਤੇ ਆਪਣਾ ਜਿਹੜਾ ਸਾਰਾ ਜੀਵਨ ਹੈ ਉਸ ਪਰਮਾਤਮਾ ਦੀ ਮਹਿਮਾ ਦੇ ਵਿੱਚ ਲਗਾਇਆ ਹੋਇਆ। ਜਦੋਂ ਭਾਈ ਆਪਾਂ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਸੰਗਤ ਦੇ ਵਿੱਚ ਜਾਵਾਂਗੇ, ਸਾਨੂੰ ਕਿਸੇ ਗੁਰਮੁਖ ਪਿਆਰੇ ਸਤਿਪੁਰਸ਼ ਦਾ, ਮਹਾਂਪੁਰਸ਼ ਦਾ, ਕਿਸੇ ਬ੍ਰਹਮ ਗਿਆਨੀ ਦਾ ਮੇਲ ਹੋ ਜਾਵੇਗਾ, ਤਾਂ ਹੀ ਸਾਨੂੰ ਜਿਹੜੀ ਮੁਕਤੀ ਦੀ ਜੁਗਤੀ ਹੈ, ਮੁਕਤੀ ਦਾ ਜਿਹੜਾ ਢੰਗ ਹੈ ਉਹ ਪ੍ਰਾਪਤ ਹੋਵੇਗਾ।
ਆਪਾਂ ਸਾਰੇ ਹੀ ਉਸ ਇਤਿਹਾਸਕ ਪ੍ਰਸੰਗ ਨੂੰ ਜਾਣਦੇ ਹਾਂ। ਮੈਂ ਕੇਵਲ ਇਸ਼ਾਰਾ ਮਾਤਰ ਦੇਵਾਂ ਕਿ ਆਪ ਸਾਰੇ ਉਸ ਪ੍ਰਸੰਗ ਨੂੰ ਤਕਰੀਬਨ ਕਥਾ ਦੇ ਵਿੱਚ ਸੁਣਦੇ ਹੋ ਕਿ ਪੱਟੀ ਦੇ ਇਲਾਕੇ ਦੇ ਵਿੱਚ ਝਬਾਲ ਦੇ ਇਲਾਕੇ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ, ਜਿਸ ਦਾ ਨਾਮ ਦੇਸਾ ਵੀ ਆਉਂਦਾ ਹੈ ਇਤਿਹਾਸ ਦੇ ਵਿੱਚ ਤੇ ਸੁਲੱਖਣੀ ਵੀ ਆਉਂਦਾ। ਕਹਿੰਦੇ ਉਹ ਬੀਬੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਇੱਕ ਬੱਚੇ ਦੀ ਦਾਤ ਲੈਣ ਵਾਸਤੇ ਆਈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਝਬਾਲ ਵਾਲੇ ਪਾਸੇ ਗਏ ਤਾਂ ਉਸ ਮਾਈ ਨੇ ਉੱਥੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਮੈਨੂੰ ਬੱਚੇ ਦੀ ਦਾਤ ਬਖਸ਼ੋ, ਮੇਰੇ ਘਰ ਦੇ ਵਿੱਚ ਕੋਈ ਬੱਚਾ ਨਹੀਂ। ਕਹਿੰਦੇ ਛੇਵੇਂ ਪਾਤਸ਼ਾਹ ਜੀ ਨੇ ਉਸ ਬੀਬੀ ਨੂੰ ਕਿਹਾ, ਮਾਤਾ ਦੇ ਬੀਬੀ ਦੇਸਾ ਨੂੰ, ਜਿਸ ਦਾ ਨਾਮ ਦੇਸਾ ਵੀ ਹੈ ਸੁਲੱਖਣੀ ਵੀ ਹੈ, ਕਿ ਬੀਬਾ ਤੇਰੇ ਘਰ ਦੇ ਵਿੱਚ ਬੱਚੇ ਦੀ ਦਾਤ ਨਹੀਂ ਹੈ। ਕਹਿੰਦੇ ਉੱਥੋਂ ਉਹ ਰੋਂਦੀ ਹੋਈ ਵਾਪਸ ਜਾ ਰਹੀ। ਜਦੋਂ ਰੋਂਦੀ ਹੋਈ ਵਾਪਸ ਜਾ ਰਹੀ ਸੀ, ਉਸ ਨੂੰ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਦਾ ਮਿਲਾਪ ਹੋ ਗਿਆ, ਕੋਈ ਪੂਰਨ ਪੁਰਸ਼ ਮਿਲ ਗਿਆ। ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਮਿਲ ਗਏ। ਭਾਈ ਗੁਰਦਾਸ ਜੀ ਨੇ ਉਸ ਬੀਬੀ ਨੂੰ ਪੁੱਛਿਆ ਕਿ ਬੀਬਾ, ਇਸ ਦਰਬਾਰ ਤੇ ਅਸੀਂ ਲੋਕਾਂ ਨੂੰ ਆਉਂਦਿਆਂ ਹੋਇਆਂ ਦੇਖਿਆ ਹੈ ਕਿ ਰੋਂਦੇ ਹਨ, ਪਰ ਜਦੋਂ ਇੱਥੋਂ ਜਾਂਦਿਆਂ ਦੇਖਿਆ ਹੈ ਕੋਈ ਅੱਜ ਤੱਕ ਇਹੋ ਜਿਹਾ ਨਹੀਂ ਦੇਖਿਆ ਕਿ ਜਿਹੜਾ ਝੋਲੀਆਂ ਭਰ ਕੇ ਨਾ ਗਿਆ ਹੋਵੇ। ਅੱਜ ਮੈਂ ਪਹਿਲੀ ਵਾਰ ਇਹ ਘਟਨਾ ਦੇਖ ਰਿਹਾ ਹਾਂ ਗੁਰੂ ਘਰ ਦੇ ਵਿੱਚ ਕਿ ਤੂੰ ਰੋਂਦੀ ਹੋਈ ਵਾਪਸ ਜਾ ਰਹੀ। ਤੇਰੇ ਰੋਣ ਦਾ ਕਾਰਨ ਕੀ ਹੈ? ਤੇਰੀ ਪਰੇਸ਼ਾਨੀ ਕੀ ਹੈ? ਦੁੱਖ ਕੀ ਹੈ? ਤੂੰ ਆਪਣਾ ਦੁੱਖ ਦੱਸ ਕੀ ਹੈ? ਉਸ ਦਾ ਅਗਰ ਹੱਲ ਹੋ ਸਕੇ ਤਾਂ ਆਪਾਂ ਉਸ ਦਾ ਹੱਲ ਕਰਾਂਗੇ। ਕਹਿੰਦੇ ਉਸ ਬੀਬੀ ਨੇ ਦੱਸਿਆ ਕਿ ਮੈਂ ਇੱਕ ਪੁੱਤਰ ਲੈਣ ਵਾਸਤੇ ਆਈ ਸੀ, ਮੈਨੂੰ ਜਵਾਬ ਮਿਲ ਗਿਆ ਕਿ ਤੇਰੇ ਕਰਮਾਂ ਦੇ ਵਿੱਚ ਬੱਚਾ ਨਹੀਂ ਹੈ। ਕਹਿੰਦੇ ਬੀਬੀ ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ, ਕੱਲ੍ਹ ਨੂੰ ਫਿਰ ਇਸੇ ਤਰ੍ਹਾਂ ਆਵੀਂ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇੱਥੇ ਕੱਲ੍ਹ ਨੂੰ ਆਉਣਾ ਹੈ। ਅਤੇ ਤੂੰ ਕੱਲ੍ਹ ਨੂੰ ਆਉਣਾ ਕਿਸ ਪ੍ਰਕਾਰ ਹੈ ਅਤੇ ਬੇਨਤੀ ਕਿਸ ਪ੍ਰਕਾਰ ਕਰਨੀ ਹੈ? ਕਹਿੰਦੇ ਆਪਣੇ ਕੋਲ ਉਹ ਕਾਗਜ਼ ਲੈ ਆਵੀਂ ਜਿਸ ਦੇ ਉੱਤੇ ਲਿਖਾਉਣਾ ਹੈ, ਨਾਲ ਸ਼ਾਹੀ ਦੀ ਦਵੈਤ ਲੈ ਆਵੀਂ, ਨਾਲ ਕਲਮ ਲੈ ਆਵੀਂ ਜਿਸ ਦੇ ਨਾਲ ਲਿਖਾਉਣਾ ਹੈ। ਤਾਂ ਆ ਕਰਕੇ ਬੇਨਤੀ ਕਰੀ। ਕੀ ਬੇਨਤੀ ਕਰੀ? ਕਿ ਸਤਿਗੁਰੂ ਪਾਤਸ਼ਾਹ ਜੀ, ਅਗਰ ਉੱਥੇ ਤੁਸੀਂ ਮੇਰੇ ਕਰਮਾਂ ਦੇ ਵਿੱਚ ਨਹੀਂ ਲਿਖਿਆ ਤਾਂ ਇੱਥੇ ਲਿਖ ਦਿਓ। ਕਹਿੰਦੇ ਉਹੀ ਬੀਬੀ ਜਿਹੜੀ ਇੱਕ ਬੱਚੇ ਤੋਂ ਵਾਂਝੀ ਜਾ ਰਹੀ ਸੀ, ਜਿਸ ਨੂੰ ਇੱਕ ਬੱਚੇ ਦੀ ਪ੍ਰਾਪਤੀ ਨਹੀਂ ਹੋਈ ਸੀ, ਅਗਲੇ ਦਿਨ ਉਸੇ ਬੀਬੀ ਨੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਦੱਸਿਆ, ਉਸੇ ਤਰ੍ਹਾਂ ਕਹਿੰਦੇ ਉਹ ਬੀਬੀ ਕਾਗਜ਼ ਲੈ ਕਰਕੇ, ਕਲਮ ਲੈ ਕਰਕੇ, ਸ਼ਾਹੀ ਦੀ ਦੁਆਤ ਲੈ ਕਰਕੇ ਆਈ ਅਤੇ ਆ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ। ਕੀ ਬੇਨਤੀ ਕਰਦੀ ਹੈ? ਕਿ ਜੋ ਢੰਗ ਭਾਈ ਗੁਰਦਾਸ ਜੀ ਨੇ ਦੱਸਿਆ ਹੈ ਉਸੇ ਢੰਗ ਦੇ ਅਨੁਸਾਰ ਬੇਨਤੀ ਕੀਤੀ। ਕਹਿੰਦੀ ਸਤਿਗੁਰੂ ਪਾਤਸ਼ਾਹ ਜੀ, ਅਗਰ ਤੁਸੀਂ ਉੱਥੇ ਨਹੀਂ ਲਿਖਿਆ, ਦਰਗਾਹ ਦੇ ਵਿੱਚ ਨਹੀਂ ਲਿਖਿਆ, ਤਾਂ ਕਿਰਪਾ ਕਰੋ ਮੈਨੂੰ ਇੱਥੇ ਲਿਖ ਦਿਓ, ਮੈਨੂੰ ਇੱਥੇ ਬੱਚੇ ਦੀ ਦਾਤ ਬਖਸ਼ ਦਿਓ। ਕਹਿੰਦੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਉਸ ਕਲਮ ਦੇ ਦੁਆਰਾ ਉਸ ਕਾਗਜ਼ ਦੇ ਉੱਤੇ ਏਕਾ ਲਿਖਣ ਲੱਗੇ ਤਾਂ ਘੋੜੇ ਦੇ ਉੱਪਰ ਬੈਠੇ ਸਨ। ਘੋੜੇ ਨੇ ਪੈਰ ਹਿਲਾ ਦਿੱਤਾ, ਇੱਕ ਦੀ ਜਗ੍ਹਾ ਸਾਤਾ ਲਿਖਿਆ ਗਿਆ। ਉਸ ਬੀਬੀ ਦੇ ਕਹਿੰਦੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਨਹੀਂ, 6 ਨਹੀਂ, 7 ਪੁੱਤਰ ਪੈਦਾ। ਜਿਹੜੀ ਇੱਕ ਪੁੱਤਰ ਤੋਂ ਵਾਂਝੀ ਜਾ ਰਹੀ ਸੀ ਉਸ ਨੂੰ 7 ਪੁੱਤਰਾਂ ਦੀ ਪ੍ਰਾਪਤੀ ਹੋਈ। ਪਰ ਕਦੋਂ ਪ੍ਰਾਪਤੀ ਹੋਈ? ਜਦੋਂ ਕੋਈ ਢੰਗ ਦੱਸਣ ਵਾਲਾ, ਤਰੀਕਾ ਦੱਸਣ ਵਾਲਾ, ਯੁਕਤੀ ਦੱਸਣ ਵਾਲਾ ਮਿਲ ਗਿਆ। ਕਿਉਂਕਿ ਆਪਾਂ ਸੰਸਾਰ ਦੇ ਹਰ ਕੰਮ ਦਾ ਦੇਖਦੇ ਹਾਂ ਕਿ ਸੰਸਾਰ ਦੇ ਹਰ ਕੰਮ ਦਾ ਇੱਕ ਢੰਗ ਹੈ, ਇੱਕ ਤਰੀਕਾ ਹੈ, ਇੱਕ ਪ੍ਰਕਿਰਿਆ ਹੈ। ਜਿਹੜਾ ਵਿਅਕਤੀ ਉਸ ਢੰਗ ਨੂੰ ਜਾਣਦਾ ਹੈ ਉਸ ਕੰਮ ਨੂੰ ਆਰਾਮ ਦੇ ਨਾਲ ਕਰ ਲੈਂਦਾ ਹੈ। ਜਿਹੜਾ ਟੇਲਰ ਹੈ ਉਹ ਟੇਲਰਾਂ ਵਾਲੇ ਢੰਗ ਤਰੀਕੇ ਜਾਣਦਾ ਹੈ ਕਿ ਕਿਵੇਂ ਕੱਪੜਿਆਂ ਦੀ ਸਿਲਾਈ ਕਰਨੀ। ਜਿਹੜਾ ਗੱਡੀ ਦਾ ਮਕੈਨਿਕ ਹੈ ਉਹ ਗੱਡੀ ਦੇ ਕੰਮ ਨੂੰ ਜਾਣਦਾ ਹੈ ਕਿ ਕਿਸ ਢੰਗ ਦੇ ਨਾਲ ਇਸ ਦੀ ਰਿਪੇਅਰ ਕਰਨੀ ਹੈ। ਜਿੰਨੇ ਵੀ ਸੰਸਾਰ ਦੇ ਕੰਮਕਾਰ ਹਨ, ਹਰ ਕੰਮ ਕਰਨ ਦਾ ਇੱਕ ਢੰਗ ਹੈ, ਇੱਕ ਤਰੀਕਾ ਹੈ, ਇੱਕ ਪ੍ਰਕਿਰਿਆ ਹੈ। ਜਿਹੜਾ ਵਿਅਕਤੀ ਉਸ ਢੰਗ ਦੇ ਨਾਲ ਉਸ ਕੰਮ ਨੂੰ ਕਰਦਾ ਹੈ ਉਹ ਵਿਅਕਤੀ ਉਸ ਕੰਮ ਦੇ ਵਿੱਚ ਸਫਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਭਾਈ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਵੀ ਢੰਗ ਹੈ, ਤਰੀਕਾ ਹੈ, ਪ੍ਰਕਿਰਿਆ ਹੈ। ਜਦੋਂ ਆਪਾਂ ਉਸ ਢੰਗ ਤਰੀਕੇ ਨੂੰ, ਉਸ ਯੁਕਤੀ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਵਾਂਗੇ, ਢੰਗ ਹੈ, ਉਹ ਤਰੀਕਾ ਹੈ, ਕਿਉਂਕਿ ਉਹਨਾਂ ਨੇ ਸਾਰਾ ਜੀਵਨ ਉਸ ਪਰਮਾਤਮਾ ਦੇ ਲੇਖੇ ਲਗਾਇਆ ਹੋਇਆ ਹੈ, ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਵਿੱਚ ਲੱਗੇ ਹੋਏ ਹਨ।
ਜਦੋਂ ਆਪਾਂ ਇਹੋ ਜਿਹੇ ਗੁਰਮੁਖਾਂ ਪਿਆਰਿਆਂ ਸਤਿਪੁਰਸ਼ਾਂ ਦੀ ਸੰਗਤ ਦੇ ਵਿੱਚ ਜਾਵਾਂਗੇ, ਉਹਨਾਂ ਗੁਰਮੁਖਾਂ ਪਿਆਰਿਆਂ ਦਾ ਸੰਗ ਕਰਾਂਗੇ, ਤਾਂ ਉਹਨਾਂ ਦੇ ਸੰਗ ਦੇ ਵਿੱਚੋਂ ਸਾਨੂੰ ਨਾਮ ਦਾ ਰੰਗ ਲੱਗੇਗਾ, ਸਾਨੂੰ ਢੰਗ ਪਤਾ ਲੱਗੇਗਾ, ਤਰੀਕਾ ਪਤਾ ਲੱਗੇਗਾ ਕਿ ਅਸੀਂ ਜਿਹੜਾ ਨਾਮ ਹੈ ਉਹ ਕਿਵੇਂ ਜਪਣਾ ਹੈ, ਸੇਵਾ ਕਿਵੇਂ ਕਰਨੀ ਹੈ, ਸਿਮਰਨ ਕਿਵੇਂ ਕਰਨਾ ਹੈ, ਆਰਾਧਨਾ ਕਿਵੇਂ ਕਰਨੀ ਹੈ। ਕਿਉਂਕਿ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦੇ ਢੰਗ ਦੱਸਣ ਦੇ ਨਾਲ ਉਸ ਬੀਬੀ ਨੂੰ ਇੱਕ ਦੀ ਜਗ੍ਹਾ 7 ਪੁੱਤਰ ਪ੍ਰਾਪਤ ਹੋ ਗਏ। ਇਸੇ ਤਰ੍ਹਾਂ ਹੀ ਭਾਈ ਮੁਕਤੀ ਦਾ ਵੀ ਜਿਹੜਾ ਢੰਗ ਹੈ, ਤਰੀਕਾ ਹੈ, ਯੁਕਤੀ ਹੈ, ਪ੍ਰਕਿਰਿਆ ਹੈ, ਉਹ ਸਾਨੂੰ ਉਹਨਾਂ ਗੁਰਮੁਖਾਂ ਪਿਆਰਿਆਂ ਦੇ ਕੋਲੋਂ ਮਿਲੇਗੀ ਜਿਹੜੇ ਗੁਰਮੁਖ ਪਿਆਰੇ ਉਸ ਪਰਮਾਤਮਾ ਦੇ ਲੜ ਲੱਗੇ ਹੋਏ ਹਨ, ਉਸ ਪਰਮਾਤਮਾ ਦੇ ਮਾਰਗ 'ਤੇ ਚੱਲੇ ਹੋਏ ਹਨ। ਇਸ ਕਰਕੇ ਆਪਾਂ ਸਾਰੇ ਹੀ ਆਪਣੇ ਜੀਵਨ ਦੇ ਵਿੱਚ ਕੀ ਕਰੀਏ? ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਕਹਿੰਦੇ ਜਦੋਂ ਆਪਾਂ ਸਤਿਪੁਰਸ਼ਾਂ ਦੀ ਸੰਗਤ ਕਰਾਂਗੇ, ਸਾਧ ਸੰਗਤ ਕਰਾਂਗੇ ਅਤੇ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਾਂਗੇ, ਨਾਮ ਦੀ ਆਰਾਧਨਾ ਕਰਾਂਗੇ, ਉਸ ਦੇ ਨਾਲ ਕੀ ਹੋਵੇਗਾ? ਸੁਣਿਐ ਦੁਖ ਪਾਪ ਕਾ ਨਾਸ਼, ਸਾਡੇ ਅੰਦਰੋਂ ਦੁੱਖਾਂ ਦਾ, ਪਾਪਾਂ ਦਾ ਨਾਸ਼ ਹੋਵੇਗਾ। ਜਿਹੜੇ ਪਤਿਤ ਵਿਅਕਤੀ ਹਨ, ਜਿਹੜੇ ਪਾਪੀ ਵਿਅਕਤੀ ਹਨ, ਕਹਿੰਦੇ ਉਹ ਵੀ ਪੁਨੀਤ ਹੋ ਜਾਣਗੇ, ਪੁੰਨ ਆਤਮਾ ਬਣ ਜਾਣਗੇ। ਕਦੋਂ ਬਣ ਜਾਣਗੇ? ਕਰ ਸਾਧ ਸੰਗਤ ਸਿਮਰ ਮਾਧੋ। ਜਦੋਂ ਅਸੀਂ ਗੁਰਮੁਖਾਂ ਪਿਆਰਿਆਂ ਦੀ ਸੰਗਤ ਕਰਾਂਗੇ ਅਤੇ ਉਹਨਾਂ ਗੁਰਮੁਖਾਂ ਪਿਆਰਿਆਂ ਦੇ ਦੱਸੇ ਹੋਏ ਅਨੁਸਾਰ ਨਿਤਨੇਮ ਕਰਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ, ਤਾਂ ਸਾਡਾ ਜਿਹੜਾ ਜੀਵਨ ਹੈ ਉਹ ਪਵਿੱਤਰ ਹੋ ਜਾਏ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ। ਕਾਲ ਪਿਆਰ ਜਿਉ ਪਰਿਓ ਡੋਲੇ ਮੁਖ ਪਸਾਰੇ ਮੀਤ। ਕਹਿੰਦੇ ਜਿਹੜਾ ਕਾਲ ਰੂਪੀ ਬਿਆਲ ਬਣੇ ਸਰਪ ਹੈ, ਇਹ ਆਪਣਾ ਮੂੰਹ ਖੋਲ ਕਰਕੇ ਹਰ ਸਮੇਂ ਦੌੜਿਆ ਫਿਰਦਾ ਹੈ, 4 ਚੁਫੇਰੇ ਭੱਜਾ ਫਿਰਦਾ ਹੈ, ਦੌੜਦਾ ਫਿਰਦਾ ਹੈ। ਇਹ ਪਤਾ ਨਹੀਂ ਕਿਹੜੇ ਵੇਲੇ ਉਸਨੇ ਆ ਕਰਕੇ ਸਾਨੂੰ ਝਪਟਾ ਮਾਰ ਲੈਣਾ ਹੈ, ਕਿਹੜੇ ਵੇਲੇ ਆ ਕਰਕੇ ਕਾਲ ਨੇ ਸਾਨੂੰ ਡਸ ਲੈਣਾ ਹੈ। ਇਸ ਵਾਸਤੇ ਭਾਈ ਆਪਾਂ ਆਪਣਾ ਇਹ ਅਵਸਰ ਰਹਿੰਦਿਆਂ ਹੋਇਆਂ, ਇਹ ਮੌਕਾ ਸਮਾਂ ਰਹਿੰਦਿਆਂ ਹੋਇਆਂ ਆਪਣੇ ਮੌਕੇ ਨੂੰ ਸੰਭਾਲੀਏ, ਇਸ ਅਵਸਰ ਨੂੰ ਸੰਭਾਲੀਏ। ਇਹ ਜਿਹੜਾ ਸਾਨੂੰ ਸਮਾਂ ਮਿਲਿਆ ਹੈ, ਅਵਸਰ ਮਿਲਿਆ ਹੈ, ਇਹ 84 ਦਾ ਚੱਕਰ ਲਗਾਉਣ ਤੋਂ ਬਾਅਦ ਮਿਲਿਆ ਹੈ। ਪਤਾ ਨਹੀਂ ਫਿਰ ਕਦੋਂ ਇਹ ਮੌਕਾ ਮਿਲਣਾ, ਇਹ ਅਵਸਰ ਮਿਲਣਾ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ। ਆਜ ਕਾਲ ਫੁਨ ਤੋਹੀ ਗ੍ਰਸ ਹੈ, ਸਮਝ ਰਾਖੋ ਜੀਤੇ। ਕਹਿੰਦੇ ਜਿਹੜਾ ਉਹ ਕਾਲ ਹੈ ਉਹ ਅੱਜ ਨਹੀਂ ਤਾਂ ਕੱਲ ਇੱਕ ਨਾ ਇੱਕ ਦਿਨ ਤੈਨੂੰ ਗ੍ਰਸ ਲਵੇਗਾ, ਇੱਕ ਨਾ ਇੱਕ ਦਿਨ ਤੈਨੂੰ ਡੰਗ ਲਵੇਗਾ, ਇੱਕ ਨਾ ਇੱਕ ਦਿਨ ਤੈਨੂੰ ਕਾਲ ਦੀ ਗ੍ਰਾਸ ਬਣਨਾ ਪਵੇਗਾ। ਕਿਉਂਕਿ ਆਪਾਂ ਸੰਸਾਰ ਦੇ ਵਿੱਚ ਦੇਖ ਰਹੇ ਹਾਂ ਕਿ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਵਿਅਕਤੀ ਆ ਰਹੇ ਹਨ, ਉਸੇ ਤਰ੍ਹਾਂ ਹੀ ਇਸ ਸੰਸਾਰ ਦੇ ਵਿੱਚੋਂ ਤੁਰੇ ਜਾ ਰਹੇ ਹਨ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਜਿਹੜੀ ਸੰਸਾਰ ਦੇ ਵਿੱਚ ਵਸਤੂ ਪੈਦਾ ਹੋਈ ਹੈ, ਉਸਨੇ ਇੱਕ ਨਾ ਇੱਕ ਦਿਨ ਨਾਸ਼ ਨੂੰ ਅਵਸ਼ ਪ੍ਰਾਪਤ ਹੋਣਾ ਹੈ। ਇਸ ਕਰਕੇ ਆਪਾਂ ਆਪਣੇ ਜੀਵਨ ਦੇ ਵਿੱਚ ਇਹ ਸਮਝ ਰੱਖੀਏ, ਇਸ ਸਮਝ ਨੂੰ ਆਪਣੇ ਜੀਵਨ ਦੇ ਵਿੱਚ ਚਿੱਤ ਦੇ ਵਿੱਚ ਟਿਕਾਈਏ ਕਿ ਭਾਈ ਆਪਾਂ ਇੱਥੇ ਹਮੇਸ਼ਾ ਨਹੀਂ ਰਹਿਣਾ। ਜਿਸ ਤਰ੍ਹਾਂ ਇੱਕ ਯਾਤਰੀ ਆਉਂਦਾ ਹੈ, ਉਹ ਆਪਣੀ ਯਾਤਰਾ ਕਰਕੇ ਚਲਿਆ ਜਾਂਦਾ ਹੈ, ਇਸੇ ਤਰ੍ਹਾਂ ਹੀ ਆਪਾਂ ਇੱਕ ਯਾਤਰੀ ਦੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਆਏ ਹਾਂ। ਇਸ ਸੰਸਾਰ ਦੇ ਵਿੱਚ ਆਪਣੀ ਯਾਤਰਾ ਕਰਕੇ ਜਿਹੜੀ ਸਾਨੂੰ ਸਵਾਸਾਂ ਦੀ ਪੂੰਜੀ ਮਿਲੀ ਹੈ, ਉਹ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਆਪਾਂ ਉਸ ਪਰਮ ਪਿਤਾ ਪਰਮਾਤਮਾ ਦੇ ਵਿੱਚ ਜਾ ਕਰਕੇ ਮਿਲ ਜਾਣਾ ਹੈ। ਜਿਹੋ ਜਿਹੇ ਅਸੀਂ ਕਰਮ ਕੀਤੇ ਹੋਣਗੇ, ਉਸੇ ਅਨੁਸਾਰ ਸਾਡੀ ਜਾ ਕਰਕੇ ਗਤੀ ਹੋਵੇਗੀ। ਇਸ ਕਰਕੇ ਭਾਈ ਆਪਾਂ ਆਪਣਾ ਇਹ ਜਿਹੜਾ ਸਮਾਂ ਹੈ ਉਸ ਨੂੰ ਸੰਭਾਲੀਏ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ। ਕਹੈ ਨਾਨਕ ਰਾਮ ਭਜ ਲੈ, ਜਾਤ ਅਵਸਰ ਬੀਤ। ਕਹਿੰਦੇ ਹੇ ਭਾਈ, ਹੇ ਜੀਵ, ਹੇ ਮਨ, ਉਸ ਰਾਮ ਨੂੰ ਭਜਣਾ ਕਰ। ਕਿਸ ਰਾਮ ਨੂੰ ਭਜਣਾ ਕਰ? ਜਿਹੜਾ ਹਰ ਘਟ ਘਟ ਦੇ ਵਿੱਚ ਰਮਿਆ ਹੋਇਆ ਹੈ, ਜਿਹੜਾ ਹਰ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਹਰ ਕਣ ਕਣ ਦੇ ਵਿੱਚ ਹੁੰਦਿਆਂ ਹੋਇਆਂ ਵੀ ਜਿਸ ਦੀ ਸਾਨੂੰ ਪ੍ਰਤੀਤ ਨਹੀਂ ਹੋ ਰਹੀ, ਉਸ ਪਰਮਾਤਮਾ ਨੂੰ ਆਪਾਂ ਜਾਣਨਾ ਕਰੀਏ, ਉਸ ਪਰਮੇਸ਼ਰ ਨੂੰ ਭਜਣਾ ਕਰੀਏ, ਉਸ ਪਰਮਾਤਮਾ ਦੀ ਆਰਾਧਨਾ ਕਰੀਏ, ਸੇਵਾ ਕਰੀਏ, ਸਿਮਰਨ ਕਰੀਏ, ਸਤਸੰਗ ਕਰੀਏ, ਪਰਉਪਕਾਰ ਕਰੀਏ, ਜਿਸ ਦੇ ਦੁਆਰਾ ਕਹਿੰਦੇ ਜਾਤ ਅਵਸਰ ਬੀਤ। ਜਿਹੜਾ ਸਾਡਾ ਜਿਹੜਾ ਅਵਸਰ ਹੈ ਇਹ ਬੀਤਦਾ ਜਾ ਰਿਹਾ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ। ਬੀਤ ਜੈ ਹੈ, ਬੀਤ ਜੈ ਹੈ ਜਨਮ ਅਕਾਜਰੇ। ਅਰਥਾਤ ਇਹ ਜਿਹੜਾ ਸਾਡਾ ਸਮਾਂ ਹੈ ਮਨੁੱਖ ਜਨਮ ਰੂਪੀ, ਇਹ ਬਿਅਰਥ ਹੀ ਬੀਤਦਾ ਜਾ ਰਿਹਾ ਹੈ। ਜੋ ਕੁਝ ਅਸੀਂ ਸੰਸਾਰ ਦੇ ਵਿੱਚ ਕਰ ਰਹੇ ਹਾਂ, ਅਸੀਂ ਸੰਸਾਰ ਦੇ ਜੀਵਾਂ ਨੂੰ ਜਾਂਦਿਆਂ ਦੇਖਦੇ ਹਾਂ।
क्योंकि आपां सारिਆਂ ने तो अनेकां जीवां नूं जांदियां देखिया है कि जाण लग्गियां व्यक्ति कुछ भी नाल नहीं लैके गया, जो कुछ भी उसने एकत्रित कीता ही सारा इत्थे दा इत्थे छड्ड गया। आपां उस समय जदों जाना है अपने उस जाण दे नाल जो साडे नाल जाना है, जो असीं संसार दे विच चंगे कर्म करांगे, शुभ कर्म करांगे, सत कर्म करांगे, भाई उन्हां कर्मां ने साडे नाल जाना है। इस वास्ते जिहड़ा सानूं ये अवसर मिलिया है, मौका मिलिया है, आपां इस मौके नूं ना गवाईए। क्योंकि अगर बच्चे ने 15 साल 20 साल पढ़ाई करके कोई अपनी सर्विस की कहते अपलाई किया होवे, जिस दिन उसकी इंटरव्यू होवे अगर उस दिन नूं मिस कर दे तो उसकी इन्ने चिरां दी कीती जिहड़ी मेहनत है सारी खराब हो जाए। इसे तरह पता नहीं किन्ने 84 के चक्कर लगाउण तो बाद सानू ये मनुख जन्म मिलिया है। ये भाई साडा जिहड़ा समा है ये बीतदा जा रहा है। हुण समा साडे हत्थ दे विच है, असीं इस समय नूं संभाल सकते हाँ। अगर असीं इस समय अपने इस समय नूं संभाल लवांगे तो सानू लोक सुखीए परलोक सुहेले, नानक हर प्रभ आपे मेले की प्राप्ति होवेगी। सो सतगुरु पातशाह जी किरपा करन, रहमत करन साडे सारिਆਂ ਦੇ उत्ते कि आपां सारे ही उस परम पिता परमात्मा के नाम की आराधना करिए, सेवा करिए, सिमरन करिए, उस परमेश्वर के नाल सच्चा प्रेम जोड़िए, सच्ची प्रीति करिए। क्योंकि रोजाना आपां बाणी दे विच उन्हां भगतां दी, उन्हां गुरमुखां दी, उन्हां प्यारियां दी बाणी पढ़दे हां कि जिन्हां गुरमुखां प्यारियां ने अपने इस मनुख जन्म नूं धारण करके उस परमात्मा दे नाल सच्ची प्रीत कीती है, सच्चा प्यार कीता है, अपनी रसना के द्वारा उस परमेश्वर नूं गायन कीता है ਅਤੇ ਆਪਣੇ ਕੰਨਾਂ ਦੇ द्वारा उस परम पिता परमात्मा की जिहड़ी महिमा है उसनूं श्रवण कीता है, बाणी नूं श्रवण कीता है, नाम नूं श्रवण कीता है, जिस दे द्वारा उन्हां ने उस परमेश्वर नूं प्राप्त करके साडे वास्ते वो दृष्टांत बने हन, प्रमाण बने हन। जदों आपां उन्हां दे इन्हां दृष्टांतां नूं विचारांगे, पढ़ांगे, सुणांगे तो सुभाविक है कि भाई साडे जीवन दे विच भी भगती जागेगी। जिवें जिवें साडे जीवन दे विच कीर्तन भगती जागेगी, श्रवण भगती जागेगी, उस भगती दे द्वारा ही भाई साडा इस संसार तो कल्याण होवेगा। इन्हां शब्दां दे नाल ही समूह प्रबंधक कमेटी दा, ज्ञानी जी दा सारिਆਂ ਦਾ ਧੰਨਵਾਦ करदियां होइयां विशेष धन्नवाद साडे सत्कारयोग ज्ञानी तरसेम सिंह जी, जिन्हां दी प्रेरणा सदका आप संगतां दे दर्शन होए ਅਤੇ ਸਭ ਤੋਂ ਵੱਧ ਕਿਰਪਾ ਸਦਕਾ ਸਤਿਕਾਰਯੋਗ ਧੰਨ ਧੰਨ ਸੰਤ ਬਾਬਾ ਘਾਲਾ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਕਿਰਪਾ ਕੀਤੀ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਭਾਈ ਆਪਾਂ ਸਾਰੇ ਹੀ ਆਪਣੇ ਜੀਵਨ ਦੇ ਵਿੱਚ ਇਹਨਾਂ ਵਿਚਾਰਾਂ ਨੂੰ, ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਜਿਸ ਦੇ ਦੁਆਰਾ ਸਾਡਾ ਜਿਹੜਾ ਮਨੁੱਖ ਜਨਮ ਹੈ ਉਹ ਸਫਲ ਹੋਵੇ। ਅਸੀਂ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪ੍ਰਾਪਤੀ ਨੂੰ ਪ੍ਰਾਪਤ ਹੋ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੁਰਖਰੂ ਹੋ ਕਰਕੇ ਆਪਣਾ ਲਕਸ਼ ਪ੍ਰਾਪਤ ਕਰੀਏ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਧ ਸੰਗਤ ਜੀ ਆਓ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ